ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਨਿਊਜ਼ੀਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਇੱਕ ਵਿਸ਼ੇਸ਼ ਜਿਹੜੀ ਰਿਪੋਰਟ ਲੈ ਕੇ ਹਾਜ਼ਰ ਹੋਇਆ। ਸਾਡੇ ਨਿਊਜ਼ੀਲੈਂਡ ਮੁਲਕ ਦੇ ਵਿੱਚ ਜਿਹੜੀਆਂ ਆਮ ਚੋਣਾਂ ਜਿਹੜੀ ਜਨਰਲ ਇਲੈਕਸ਼ਨ ਜਿਹੜੀ ਹੁੰਦੀ ਆ ਉਹ ਹਰ 3 ਸਾਲ ਬਾਅਦ ਹੁੰਦੀ ਆ ਤੇ ਇਸ ਵਾਰ ਜਿਹੜੀ ਆ ਚੋਣ ਆ ਜਿਹੜੀ ਪਾਰਲੀਮੈਂਟ ਦੀ 53ਵੀਂ ਜਿਹੜੀ ਪਾਰਲੀਮੈਂਟ ਦੀ ਜਿਹੜੀ ਚੋਣ ਹੋਣ ਜਾ ਰਹੀ ਆ। ਕੋਵਿਡ ਕਰਕੇ 1 ਮਹੀਨਾ ਉਹ ਜਿਹੜੀ ਇਲੈਕਸ਼ਨ ਆ ਉਹ 1 ਮਹੀਨਾ ਲੇਟ ਹੋਈ ਆ, 4 ਹਫ਼ਤੇ ਲੇਟ ਹੋਈ ਆ ਤੇ ਹੁਣ ਜਿਹੜੀ ਫਾਈਨਲ ਡੇਟ ਹੈਗੀ ਇਲੈਕਸ਼ਨ ਦੀ ਉਹ 17 ਜਿਹੜੀ ਅਕਤੂਬਰ ਨੂੰ ਆ ਰਹੀ ਹੈ, ਜਿਹਦੇ ਵਾਸਤੇ ਅਗਲੇ ਮਹੀਨੇ ਤੋਂ ਜਿਹੜੀ ਵੋਟਾਂ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਣੀ ਆ। ਸਾਨੂੰ ਖੁਸ਼ੀ ਦੀ ਬਹੁਤ ਹੀ ਵੱਡੀ ਗੱਲ ਹੈਗੀ ਕਿ ਸਾਡੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿੱਚ ਸਾਡੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ, ਸਿੱਖਾਂ ਦੀ ਨੁਮਾਇੰਦਗੀ ਕਰਨ ਵਾਸਤੇ ਸਾਡੇ ਕੋਲ ਆਪਣੇ ਮੈਂਬਰ ਪਾਰਲੀਮੈਂਟ ਵੀ ਜਿਹੜੇ ਉੱਥੇ ਪਹੁੰਚੇ ਹੋਏ ਨੇ। ਇਕੱਲੇ ਮੈਂਬਰ ਪਾਰਲੀਮੈਂਟ ਨਹੀਂ, ਇਹ ਜਿਹੜੀ ਸੋਹਣੀਆਂ ਸਿਰਾਂ ਦੇ ਉੱਤੇ ਅਸੀਂ ਦਸਤਾਰਾਂ ਦੀ ਜਦੋਂ ਗੱਲ ਕਰਦੇ ਹਾਂ, ਸਰਦਾਰੀ ਮਹਿਸੂਸ ਕਰਦੇ ਹਾਂ, ਉਹ ਜਿਹੜੀ ਸਰਦਾਰੀ ਦਾ ਅਹਿਸਾਸ ਆ ਉਹ ਵੀ ਸਾਨੂੰ ਨਿਊਜ਼ੀਲੈਂਡ ਵਾਸਤੇ ਸਿੱਖਾਂ ਨੂੰ ਹੈਗਾ। ਕਿਉਂਕਿ 2008 ਤੋਂ ਲੈ ਕੇ ਜਿਵੇਂ ਵਿਕਟੋਰੀਆ ਦੇ ਵਿੱਚ, ਕੈਨੇਡਾ ਦੇ ਵਿੱਚ ਵੱਸਦੇ ਮੈਂਬਰ ਪਾਰਲੀਮੈਂਟ ਦੀਆਂ ਜਾਂ ਹੋਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਤੇ ਬੜਾ ਪ੍ਰਾਊਡ ਫੀਲ ਹੁੰਦਾ ਜਦੋਂ ਅਸੀਂ ਪਾਰਲੀਮੈਂਟ ਦੇ ਉੱਤੇ ਜਾਂਦੇ ਹਾਂ। ਜਿਹੜੀ ਗਰੁੱਪ ਫੋਟੋ ਲੱਗੀ ਹੁੰਦੀ ਆ ਉਹਦੇ ਵਿੱਚ ਇੱਕ ਸਰਦਾਰ ਜੀ ਵੀ ਨਜ਼ਰ ਆਉਂਦੇ ਨੇ, ਸਰਦਾਰ ਕਮਲਜੀਤ ਸਿੰਘ ਜੀ ਬਖਸ਼ੀ। ਉਹ ਇਸ ਵਾਰ ਆਪਣੀ ਚੌਥੀ ਟਰਮ ਦੇ ਵਿੱਚ ਜਿਹੜਾ ਆ ਇਲੈਕਸ਼ਨ ਦੇ ਵਿੱਚ ਆਪਣਾ ਭਾਗ ਲੈ ਰਹੇ ਨੇ। ਅੱਜ ਆਪਾਂ ਉਹਨਾਂ ਨਾਲ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਬਹੁਤ ਹੀ ਜਿਹੜਾ ਸਮਾਂ ਉਹ ਨੇੜੇ ਆ ਗਿਆ ਇਲੈਕਸ਼ਨ ਦਾ, ਤਾਂ ਕਿ ਆਪਾਂ ਨੂੰ ਜਿਸ ਪਾਰਟੀ ਨਾਲ ਸੰਬੰਧ ਰੱਖਦੇ ਨੇ ਨੈਸ਼ਨਲ ਪਾਰਟੀ, ਉਹਦੇ ਬਾਰੇ ਵੀ ਜਾਣਾਂਗੇ ਤੇ ਸਰਕਾਰ ਦਾ ਜਿਹੜਾ ਪ੍ਰੋਸੀਜਰ ਆ ਹੁਣ ਤੱਕ ਕੀ ਜਿਹੜਾ ਹੈਗਾ ਉਹ ਵੀ ਗੱਲਬਾਤ ਕਰਦੇ ਆ। ਆਓ ਜੀ ਗੱਲਬਾਤ ਕਰਦੇ ਆ ਸਰਦਾਰ ਕਮਲਜੀਤ ਸਿੰਘ ਬਖਸ਼ੀ ਨਾਲ। ਬਖਸ਼ੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਸਿਆਲਾ ਜੀ, ਔਰ ਸਾਰੇ ਪ੍ਰਾਈਮ ਟੀਵੀ ਦੇ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ। ਜਿਵੇਂ ਲੋਕਡਾਊਨ ਸਾਰੇ ਪਾਸੇ ਚੱਲ ਰਿਹਾ ਜੀ, ਨਿਊਜ਼ੀਲੈਂਡ ਵਿੱਚ ਵੀ ਅਸੀਂ ਇੱਕ ਸਮਾਂ ਸੀ 90 ਦਿਨ ਦਾ ਬਹੁਤ ਵਧੀਆ ਟਾਈਮ ਗੁਜ਼ਾਰਿਆ, ਲੇਕਿਨ ਉਸ ਤੋਂ ਬਾਅਦ ਜਿਹੜਾ ਹੌਲੀ ਹੌਲੀ ਕਰਕੇ ਦੁਬਾਰਾ ਫਿਰ ਜਿਹੜੇ ਕੇਸਿਸ ਆਉਣੇ ਸ਼ੁਰੂ ਹੋਏ ਆ। ਸਰਕਾਰ ਦੇ ਵੀ ਚੰਗੇ ਐਫਰਟ ਰਿਹਾ ਤੇ ਲੋਕਾਂ ਨੇ ਵੀ ਸਹਿਯੋਗ ਦਿੱਤਾ। ਜਿਹੜੀ ਹੁਣ ਦੀ ਵੀ ਜਿਹੜੀ ਸਿਚੁਏਸ਼ਨ ਹੈਗੀ ਆ, ਲੋਕਡਾਊਨ 2 ਚੱਲ ਰਿਹਾ ਹੈ ਤੇ ਜੇ ਔਕਲੈਂਡ ਖੇਤਰ 'ਚ ਦੇਖੀਏ ਤਾਂ 10 ਬੰਦਿਆਂ ਤੱਕ ਜਿਹੜੀ ਗੈਦਰਿੰਗ ਹੋ ਰਹੀ ਆ, ਲੇਕਿਨ ਇਲੈਕਸ਼ਨ ਨੂੰ ਜਦੋਂ ਦੇਖਦੇ ਆ ਤਾਂ ਇਲੈਕਸ਼ਨ ਵਾਸਤੇ ਸਾਨੂੰ ਜ਼ਿਆਦਾ ਬੰਦਿਆਂ ਦੀ ਓਬਵੀਅਸਲੀ ਲੋੜ ਹੈਗੀ ਆ। ਤੇ ਇੱਕ ਤਾਂ ਥੋੜ੍ਹਾ ਜਿਹਾ ਕਿਉਂਕਿ ਬਹੁਤ ਸਾਰੇ ਦਰਸ਼ਕ ਤੁਹਾਨੂੰ ਪਹਿਲੀ ਵਾਰ ਦੇਖਦੇ ਹੋਣਗੇ, ਥੋੜ੍ਹਾ ਜਿਹਾ ਆਪਣਾ ਜਿਹੜਾ ਇੱਥੇ ਦਾ ਰਾਜਨੀਤਿਕ ਥੋੜਾ ਬੈਕ ਦੱਸ ਕੇ ਆਪਣੇ ਬੈਕ ਜਿਹੜੀ ਫਲੈਸ਼ ਹੁੰਦੀ ਆ ਉਹ ਦੇ ਦਿਓ ਤੇ ਪਲੱਸ ਫਿਰ ਆਪਾਂ ਵੋਟਾਂ ਦੇ ਉੱਤੇ ਚਾਨਣਾ ਪਾ ਦਿਓ ਜੀ। ਜਿਹੜੀਆਂ ਵੋਟਾਂ ਆ ਰਹੀਆਂ ਆ ਤੁਹਾਡੀ ਕਿੰਨੀ ਟਰਮ ਆ ਤੇ ਲੋਕਾਂ ਨੂੰ ਆਪਾਂ ਕਿਸ ਤਰ੍ਹਾਂ ਜਿੱਦਾਂ ਹੁਣ ਲੋਕਡਾਊਨ 'ਚ ਉਹ ਨਹੀਂ ਜਾ ਸਕਦੇ, ਔਨਲਾਈਨ ਕਰ ਸਕਦੇ ਆ ਤੇ ਵੋਟਾਂ ਬਣਾ ਸਕਦੇ ਆ ਤੇ ਜਦੋਂ ਪੇਪਰ ਆਉਣੇ ਕਿਵੇਂ ਪਾ ਸਕਦੇ ਆ, ਥੋੜ੍ਹਾ ਜਿਹਾ ਬਰੀਫ ਕਰ ਦਿਓ। ਉਸ ਤੋਂ ਬਾਅਦ ਜਿਹੜੀ ਨੈਸ਼ਨਲ ਸਰਕਾਰ ਦੀਆਂ ਪਾਲਿਸੀਆਂ ਆ ਉਹਦੇ ਵਾਸਤੇ ਆਪਾਂ ਫਿਰ ਇੱਕ ਇੱਕ ਕਰਕੇ ਉਹ ਵੀ ਜਾਣਾਂਗੇ ਪਲੀਜ਼। ਬਸਿਆਲਾ ਜੀ, ਸਭ ਤੋਂ ਪਹਿਲੇ ਮੈਂ ਪ੍ਰਾਈਮ ਟੀਵੀ ਦਾ ਸ਼ੁਕਰਗੁਜ਼ਾਰ ਹਾਂ ਜੋ ਆਪਣੇ ਚੈਨਲ ਤੇ ਮੈਨੂੰ ਟਾਈਮ ਦੇ ਰਹੇ ਨੇ ਜੀ, ਔਰ ਤੁਸੀਂ ਮੈਨੂੰ ਜੋ ਇੰਟਰਵਿਊ ਕਰ ਰਹੇ ਹੋ ਤੁਹਾਡਾ ਵੀ ਧੰਨਵਾਦ। ਜਿਹੜੀ ਪ੍ਰਕਿਰਿਆ ਨਿਊਜ਼ੀਲੈਂਡ ਦੇ ਵਿੱਚ ਹੈ ਉਹ ਥੋੜੀ ਡਿਫਰੈਂਟ ਹੈਗੀ। ਹਰ ਵਿਅਕਤੀ ਨੂੰ 2 ਵੋਟਾਂ ਪਾਉਣ ਦਾ ਹੱਕ ਹੈਗਾ। ਇੱਕ ਵੋਟ ਜਿਹੜੀ ਉਹ ਕੈਂਡੀਡੇਟ ਨੂੰ ਪਾਉਂਦਾ ਹੈ। ਕੈਂਡੀਡੇਟ ਜੋ ਹੈ ਉਹ ਫਸਟ ਪਾਸ ਦਾ ਪੋਸਟ, ਜਿਹੜਾ ਆਮ ਤੌਰ ਤੇ ਕਾਮਨਵੈਲਥ ਦੀ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਹੁੰਦਾ ਵੇ, ਉਹ ਸਿਸਟਮ ਹੈ ਕਿ ਜਿਹਨੂੰ ਜ਼ਿਆਦਾ ਵੋਟਾਂ ਮਿਲ ਗਈਆਂ ਉਹ ਜਿੱਤ ਗਿਆ, ਦੂਸਰਾ ਵਿਅਕਤੀ ਜਾਂ 2 4 6 ਬਾਕੀ ਦੇ ਸਭ ਹਾਰ ਜਾਂਦੇ ਜੀ। ਇੱਕ ਹੋ ਗਈ ਕੈਂਡੀਡੇਟ ਵੋਟ ਤੇ ਇੱਕ ਪਾਰਟੀ ਵੋਟ। ਦੂਸਰੀ ਹੈ ਪਾਰਟੀ ਵੋਟ। ਪਾਰਟੀ ਵੋਟ ਜਿਹੜੀ ਹੈ ਉਹ ਡਿਸਾਈਡ ਕਰਦੀ ਹੈ ਕਿ ਪਾਰਲੀਮੈਂਟ ਦੇ ਅੰਦਰ ਸਾਡੇ 120 MPs ਹੁੰਦੇ ਨੇ, ਉਹਦੇ ਵਿੱਚੋਂ ਪਾਰਟੀ ਵੋਟ ਤੇ ਡਿਪੈਂਡ ਕਰੇਗਾ ਜਿੰਨੀ ਪਾਰਟੀ ਵੋਟ ਮਿਲੇ ਉਤਨੇ ਹੀ MP ਜਿਹੜੇ ਨੇ ਉਹ ਪਾਰਲੀਮੈਂਟ ਵਿੱਚ ਜਾਣਗੇ। ਜਿਵੇਂ ਫੋਰ ਐਗਜ਼ਾਮਪਲ ਅਗਰ ਇੱਕ ਪਾਰਟੀ ਨੂੰ 50% ਵੋਟਾਂ ਮਿਲਦੀਆਂ ਨੇ ਤੇ ਅੱਧੇ MP ਜਿਹੜੇ ਨੇ ਉਹਨਾਂ ਦੇ ਉਸ ਪਾਰਲੀਮੈਂਟ ਵਿੱਚ ਹੋਣਗੇ। 70 ਦੇ ਕਰੀਬ ਜਿਹੜੇ ਨੇ ਉਹ ਫਸਟ ਪਾਸ ਦਾ ਪੋਸਟ ਕਰਕੇ ਜਾਂਦੇ ਨੇ, ਉਹ ਉਸ ਤਰ੍ਹਾਂ ਨਾਲ ਅੰਦਰ ਐਂਟਰ ਕਰਦੇ ਨੇ ਪਾਰਲੀਮੈਂਟ ਵਿੱਚ। ਬਾਕੀ ਜਿਹੜੇ 50 ਨੇ ਉਹ ਪਾਰਟੀ ਵੋਟ ਦੇ ਉੱਤੇ ਡਿਪੈਂਡੈਂਟ ਨੇ, ਜਿੰਨੀ ਪਾਰਟੀ ਵੋਟ ਮਿਲੀ ਉਸ ਤਰ੍ਹਾਂ ਉਹ ਐਂਟਰ ਹੋਣਗੇ। ਉਹਨਾਂ ਦੀ ਜਿਸ ਤਰ੍ਹਾਂ ਦੀ ਰੈਂਕਿੰਗ ਹੋਈ ਆ ਉਸ ਦੇ ਹਿਸਾਬ ਨਾਲ ਉਹਨਾਂ ਨੇ ਤੁਸੀਂ ਪਾਰਟੀ ਨੂੰ ਪਿਕ ਕਰ ਲੈਣੀ ਹੈ। ਉਹ ਕਾਫੀ ਤਫਸੀਲ ਦਾ ਹੈਗਾ ਚਰਚਾ, ਅਗਰ ਚਾਹੋ ਤੇ ਇੰਨਾ ਟਾਈਮ ਹੋਏ ਤਾਂ ਮੈਂ ਸਮਝਾ ਸਕਦਾ, ਬਟ ਉਹ ਫਾਰਮੂਲਾ ਸਮਝਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਾਰਟੀ ਵੋਟ ਦੇ ਉੱਤੇ ਮੈਂ ਜਿਵੇਂ ਕਿ ਮੈਂ ਇੱਕ ਲਿਸਟ MP ਹੈਗਾ, ਮੇਰਾ ਇਹ ਚੌਥਾ ਟਰਮ ਚੱਲਦਾ ਪਿਆ ਜੀ। ਅਗਰ ਮੈਂ ਅਗਲੀ ਵਾਰ ਸਿਲੈਕਟ ਹੋ ਕੇ ਜਾਂਦਾ ਵਾਂ, ਇਲੈਕਟ ਹੋ ਕੇ, ਤੇ ਮੇਰਾ 5ਵਾਂ ਟਰਮ ਹੋਏਗਾ ਪਾਰਲੀਮੈਂਟ ਦੇ ਵਿੱਚ। ਤੇ ਉਹ ਚੀਜ਼ ਜਿਹੜੀ ਹੈ ਪਾਰਟੀ ਵੋਟ ਤੇ ਡਿਪੈਂਡ ਕਰੇਗੀ। ਜਿੰਨੀ ਪਾਰਟੀ ਨੇ ਮੈਨੂੰ ਲਿਸਟ ਰੈਂਕਿੰਗ ਦਿੱਤੀ ਹੈ, ਇਸ ਟਾਈਮ ਮੇਰੀ 24 ਨੰਬਰ ਤੇ ਇਸ ਵਾਰ ਮੇਰੀ ਲਿਸਟ। ਜਦੋਂ ਤੁਹਾਡਾ ਸਫ਼ਰ ਹੋਇਆ 2008 ਦੇ ਵਿੱਚ ਸ਼ੁਰੂ, ਇਹ ਰੈਂਕਿੰਗ ਜਿਹੜੀ ਆ
ਇਹ ਕਿਸ ਤਰ੍ਹਾਂ ਜਿਹਦਾ ਤੁਹਾਡੇ ਪਰਫਾਰਮੈਂਸ ਤੁਹਾਡਾ ਟਰਮਜ਼ ਦੇਖ ਕੇ ਉੱਪਰ ਜਾਂਦੀ ਹੈਗੀ ਇਹ ਗੱਲ? ਇਹ ਡਿਪੈਂਡ ਕਰਦਾ ਜੀ ਕਿ ਪਾਰਟੀ ਕੀ ਸਮਝਦੀ ਹੈ ਕਿ ਤੁਸੀਂ ਕਿੰਨਾ ਕੰਟਰੀਬਿਊਟ ਪਾਰਟੀ ਨੂੰ ਕਰ ਰਹੇ ਹੋ ਔਰ ਤੁਹਾਡਾ ਕਿੰਨਾ ਕਨੈਕਸ਼ਨ ਹੈ ਕਮਿਊਨਿਟੀ ਦੇ ਕਿ ਨਾਲ। ਰਿਪੋਰਟ ਕਾਰਡ ਇੱਕ ਤਰ੍ਹਾਂ ਦੀ report ਉਹ card। ਦੇਖ ਕੇ ਜੀ। ਤੇ ਜਿਸ ਟਾਈਮ ਮੈਂ 2008 ਵਿੱਚ ਸ਼ੁਰੂ ਕੀਤਾ ਸੀਗਾ ਤੇ ਮੇਰਾ 38ਵਾਂ ਨੰਬਰ ਸੀਗਾ ਲਿਸਟ ਰੈਂਕਿੰਗ ਦੇ ਅੰਦਰ ਤੇ ਗ੍ਰੈਜੂਅਲੀ ਹਰ ਵਾਰੀ ਮੈਂ ਉੱਤੇ ਜਾਂਦਾ ਗਿਆ ਵਾਂ ਤੇ ਇਸ ਦਫਾ ਮੈਨੂੰ 24 ਨੰਬਰ ਤੇ ਪਾਰਟੀ ਨੇ ਰੱਖਿਆ ਹੈਗਾ ਤਾਂ ਕਿ ਜੋ ਲਿਸਟ ਰੈਂਕਿੰਗ ਦੇ ਵਿੱਚ ਆਵਾਂਗਾ ਜੀ। ਮੈਂ 24 ਨੰਬਰ ਤੇ ਐਂਟਰ ਹੋ ਸਕਦਾ ਹਾਂ। ਜਿਵੇਂ ਜਦੋਂ ਤੁਹਾਡੀ ਹੁਣ ਦੁਆਰਾ ਰੀਸੈਂਟਲੀ ਰੈਂਕਿੰਗ ਕੀਤੀ ਆ ਮਾਨਯੋਗ ਜੁਡਿਸ ਕੋਲਮ ਉਹਨਾਂ ਨੇ, ਉਹਦੇ ਵਿੱਚ ਇੱਕ ਜ਼ਰੂਰ ਤੁਹਾਨੂੰ ਇੱਕ ਤੁਹਾਡੀ ਇੱਕ ਜੌਬ ਵੀ ਦਿੱਤੀ ਗਈ ਸੀ ਐਥਨਿਕ ਕਮਿਊਨਿਟੀ ਨੂੰ ਲੈ ਕੇ, ਕਿਉਂਕਿ ਸਾਡੇ ਲਈ ਐਥਨਿਕ ਕਮਿਊਨਿਟੀ ਦੇ ਲਈ ਇੱਕ ਬਹੁਤ ਹੀ ਵੱਡੀ ਜਿਹੜੀ ਪ੍ਰਾਪਤੀ ਹੈਗੀ ਆ, ਕਿਉਂਕਿ ਜਿਸ ਬੰਦਾ ਫੀਲਡ ਦੇ ਵਿੱਚ ਜਿਹੜੀ ਉਹਨਾਂ ਨੂੰ ਪਹਿਲਾਂ ਜ਼ਿੰਮੇਵਾਰੀ ਲਾਈ ਜਾਂਦੀ ਆ, ਉਹ ਜ਼ਿੰਮੇਵਾਰੀ ਜਾ ਕੇ ਕਿਸੇ ਲੈਵਲ ਦੇ ਉੱਤੇ ਜਾ ਕੇ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਮਿਨਿਸਟਰੀ ਲੈਵਲ ਦੇ ਉੱਤੇ ਵੀ ਤੁਹਾਨੂੰ ਜਿਹੜਾ ਚੂਜ਼ ਕੀਤਾ ਜਾ ਸਕਦਾ ਹੈ, ਉਹ ਇੱਕ ਬਹੁਤ ਸਾਡੇ ਲਈ ਵੱਡੇ ਚਾਂਸਸ ਨੇ ਸਿੱਖ ਕਮਿਊਨਿਟੀ ਲਈ ਤੇ ਇੰਡੀਅਨ ਕਮਿਊਨਿਟੀ ਲਈ। ਉਹਦੇ ਲਈ ਵੀ ਬਹੁਤ ਬੈਸਟ ਵਿਸ਼ੇ ਤੁਹਾਨੂੰ ਆਉਣ ਵਾਲਾ ਸਮਾਂ ਤੁਹਾਡੇ ਲਈ ਵਧੀਆ ਹੋਵੇ। ਬਿਲਕੁਲ ਜੀ। ਮੈਂ ਆਪਣਾ ਇਹ ਸੁਭਾਗ ਸਮਝਦਾ ਹਾਂ ਕਿ ਮੈਨੂੰ ਜੋ ਸਾਡੇ ਲੀਡਰ ਨੇ ਉਹਨਾਂ ਨੇ ਐਥਨਿਕ ਕਮਿਊਨਿਟੀਜ਼ ਦੀ ਜੋ ਜ਼ਿੰਮੇਵਾਰੀ ਦਿੱਤੀ ਹੈ ਐਜ਼ ਅ ਸਪੋਕਸਪਰਸਨ ਕਿ ਮੈਂ ਉਹਨਾਂ ਦੇ ਐਥਨਿਕ ਕਮਿਊਨਿਟੀ ਵੱਲੋਂ ਜੋ ਵਿਚਾਰ ਨੇ ਉਹ ਪਾਰਟੀ ਤੱਕ ਪਹੁੰਚਾਵਾਂ ਔਰ ਪਾਰਟੀ ਦੇ ਵਿਚਾਰ ਜਿਹੜੇ ਨੇ ਉਹਨਾਂ ਤੱਕ ਪਹੁੰਚਾਵਾਂ। ਇਹ ਮੇਰੀ ਰਿਸਪੌਂਸਿਬਿਲਿਟੀ। ਸਾਊਥ ਏਸ਼ੀਅਨ ਐਥਨਿਕ ਕਮਿਊਨਿਟੀ ਕਿ ਓਵਰਆਲ ਪੂਰੀ ਦੁਨੀਆ ਦੀ ਜਿਹੜੀ ਐਥਨਿਕ ਕਮਿਊਨਿਟੀ ਹੈ ਸਾਰੇ ਉਹ ਸਾਰਿਆਂ ਨੂੰ ਰਿਪਰੈਜ਼ੈਂਟ ਇਸ ਡਿਪਾਰਟਮੈਂਟ ਵਿੱਚ ਕੀਤਾ ਜਾਂਦਾ ਹੈ। ਬਹੁਤ ਸਾਡੇ ਲਈ ਬਹੁਤ ਇੱਕ ਵੱਡੀ ਪ੍ਰਾਪਤੀ ਹੈ ਜੀ। ਆਉਣ ਵਾਲਾ ਜਿਹੜਾ ਸਮਾਂ ਆ ਕੁਛ ਨਾ ਕੁਛ ਸਾਨੂੰ ਸਿਗਨਲ ਦੇ ਰਿਹਾ ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਹੋਰ ਵਧੇ ਵੀ ਗਈ ਤੇ ਇਹਨਾਂ ਦੇ ਕੋਲ ਰਾਈਟ ਵੀ ਹੋਣਗੇ ਐਥਨਿਕ ਕਮਿਊਨਿਟੀ ਵਾਸਤੇ ਜ਼ਿਆਦਾ ਕੰਮ ਕਰਨ ਵਾਸਤੇ। ਤੇ ਜਿਵੇਂ ਬਖਸ਼ੀ ਜੀ ਨੂੰ ਲੋਕਡਾਊਨ ਜਿਹੜਾ ਇੱਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਸੀ, ਸ਼ਾਇਦ 23 ਨੂੰ 21 ਨੂੰ ਰਿਵਿਊ ਹੋਣਾ ਤੇ 23 ਨੂੰ ਵੀ ਲੋਕਡਾਊਨ ਦਾ ਜਿਹੜਾ ਲੈਵਲ ਆ ਚੇਂਜ ਹੋ ਜਾਵੇ। ਤੇ ਜੇ ਆਪਾਂ ਦੇਖੀਏ ਤਾਂ ਇਲੈਕਸ਼ਨ ਵਾਸਤੇ ਤਾਂ ਬਹੁਤ 50 ਦਿਨ ਤੋਂ ਵੀ ਘੱਟ ਰਹਿ ਗਏ ਹੈਗੇ ਨੇ। ਬਿਲਕੁਲ ਬਸਿਆਲਾ ਜੀ, ਆਪੋਜੀਸ਼ਨ ਪਾਰਟੀ ਲਈ ਇੱਕ ਬਹੁਤ ਵੱਡਾ ਚੈਲੰਜ ਰਿਹਾ ਕਿਉਂਕਿ ਖਾਸ ਤੌਰ ਤੇ ਆਕਲੈਂਡ ਜਿਹਦੇ ਵਿੱਚ ਤਕਰੀਬਨ 1/3 ਆਫ ਦਾ ਪੋਪੂਲੇਸ਼ਨ ਜਿਹੜੀ ਨਿਊਜ਼ੀਲੈਂਡ ਦੀ ਹੈ ਉਹ ਇੱਥੇ ਵਸਦੀ ਹੈ, ਉੱਥੇ ਅਸੀਂ ਉਹਨਾਂ ਤੱਕ ਕੈਂਪੇਨ ਨਹੀਂ ਕਰ ਪਾ ਰਹੇ। ਜਿਵੇਂ ਤੁਸੀਂ ਆਪਣੇ ਇੰਟਰੋਡਕਸ਼ਨ ਵਿੱਚ ਕਿਹਾ ਕਿ 10 ਬੰਦਿਆਂ ਤੋਂ ਜ਼ਿਆਦਾ ਦੀ ਅਸੀਂ ਗੈਦਰਿੰਗ ਨਹੀਂ ਕਰ ਸਕਦੇ, ਅਸੀਂ ਕੋਈ ਪਬਲਿਕ ਮੀਟਿੰਗ ਨਹੀਂ ਕਰ ਪਾਏ, ਅਸੀਂ ਕੋਈ ਵੱਡੇ ਫੰਡਰੇਜ਼ਿੰਗ ਜਿਹੜੇ ਇਵੈਂਟਸ ਨੇ ਉਹਨਾਂ ਤੇ ਵੀ ਸਾਡੀ ਰੋਕ ਲੱਗੀ ਰਹੀ। ਅਸੀਂ ਆਪਣੇ ਜਿਹੜੇ ਸਪੋਕਸਪਰਸਨ ਨੇ ਖਾਸ ਤੌਰ ਤੇ ਫਾਈਨੈਂਸ਼ੀਅਲ ਸਪੋਕਸਪਰਸਨ ਜਾਂ ਸੋਸ਼ਲ ਵੈਲਫੇਅਰ ਦੇ ਜਾਂ ਲਾਅ ਐਂਡ ਆਰਡਰ ਦੇ ਜਿਹੜੇ ਮੁੱਦੇ ਸਾਡੀ ਕਮਿਊਨਿਟੀ ਨਾਲ ਬਹੁਤ ਇੰਪੋਰਟੈਂਟ ਹੈ, ਹੈਲਥ ਦੇ, ਉਹਨਾਂ ਨੂੰ ਅਸੀਂ ਲਿਆ ਕੇ ਆਪਣੇ ਵਿਚਾਰ ਉਹਨਾਂ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਨਹੀਂ ਰੱਖ ਪਾਇਆ। ਸਾਡੇ ਲਈ ਬਹੁਤ ਵੱਡਾ ਚੈਲੰਜ ਰਿਹਾ, ਜਦਕਿ ਗਵਰਨਮੈਂਟ ਕੋਲ ਲਗਾਤਾਰ ਏਅਰ ਟਾਈਮ ਮਿਲਦਾ ਰਿਹਾ, ਉਹ ਟੈਲੀਵਿਜ਼ਨ ਤੇ ਆ ਕੇ ਆਪਣੀ ਵਿਚਾਰ ਜਿਹੜੇ ਨੇ ਲੋਕਾਂ ਨਾਲ ਸਾਂਝੇ ਕਰਦੇ ਰਹੇ, ਕੀ ਕੀਤਾ ਕੀ ਨਹੀਂ ਕੀਤਾ, ਤੇ ਇਹ ਅਸੀਂ ਡਿਸਐਡਵਾਂਟੇਜ ਤੇ ਰਹੇ ਹਾਂ। ਪਰ ਉਮੀਦ ਕਰਦੇ ਹਾਂ ਕਿ ਲੋਕ ਦੇਖਣਗੇ ਕਿ ਇਸ ਮੌਜੂਦਾ ਸਰਕਾਰ ਨੇ ਕਿੱਥੇ ਕਿੱਥੇ ਕਮੀਆਂ ਜਿਹੜੀਆਂ ਲਿਆਂਦੀਆਂ ਪੂਰੇ ਮੈਨੇਜਮੈਂਟ ਦੇ ਵਿੱਚ। ਐਜ਼ ਪੂਰਾ ਮੁਲਕ ਅਸੀਂ ਦੇਖੀਏ ਤੇ ਤਕਰੀਬਨ ਅਸੀਂ 50 ਲੱਖ ਦੀ ਆਬਾਦੀ ਹੈ ਤੇ ਅਸੀਂ ਸਭ ਨੇ ਰਲ ਮਿਲ ਕੇ ਬੜਾ ਅੱਛੇ ਤਰੀਕੇ ਨਾਲ ਪਹਿਲੀ ਵਾਰ ਕੋਵਿਡ ਨੂੰ ਇੱਥੋਂ ਪਹੁੰਚਾ ਦਿੱਤਾ ਸੀਗਾ। ਇਹਦੇ ਵਿੱਚ ਲੋਕਾਂ ਦਾ ਸਹਿਯੋਗ ਜਿਹੜਾ ਸੀਗਾ ਬਹੁਤ ਇੰਪੋਰਟੈਂਟ ਸੀ ਔਰ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ। ਜਿਸ ਤਰ੍ਹਾਂ ਉਹਨਾਂ ਨੂੰ ਹਿਦਾਇਤ ਦਿੱਤੀ ਗਈ ਉਹਨਾਂ ਨੇ ਉਸੇ ਤਰ੍ਹਾਂ ਨਾਲ ਕੀਤਾ ਗਿਆ। ਪਰ ਤੁਹਾਨੂੰ ਯਾਦ ਹੋਏਗਾ ਆਪੋਜੀਸ਼ਨ ਦੇ ਤੌਰ ਤੇ ਅਸੀਂ ਲਗਾਤਾਰ ਇਹ ਗੱਲ ਕਹਿੰਦੇ ਆਏ ਕਿ ਇਹ ਜਿਹੜਾ ਵਾਇਰਸ ਹੈ ਇਹ ਓਵਰਸੀਜ਼ ਤੋਂ ਹੀ ਆ ਸਕਦਾ ਹੈ ਕਿਉਂਕਿ ਸਾਡੇ ਇੱਥੇ ਲੋਕਲੀ ਇਹ ਵਾਇਰਸ ਮੌਜੂਦ ਨਹੀਂ। ਜ਼ੀਰੋ ਡਿਕਲੇਅਰ 90 ਦਿਨ ਤੱਕ ਜ਼ੀਰੋ ਡਿਕਲੇਅਰ ਹੋ ਗਿਆ, ਨਹੀਂ ਐਗਜ਼ਿਸਟ ਕਰਦਾ। ਹਾਂ, ਤੇ ਬਾਰਡਰ ਤੇ ਟੈਸਟਿੰਗ ਜਿਹੜੀ ਹੈ ਉਹਦੇ ਉੱਤੇ ਵੀਕਨੈਸ ਰਹੀ। ਅਸੀਂ ਹੁਣ ਵੀ ਦੇਖ ਰਹੇ ਹਾਂ ਲਗਾਤਾਰ ਕਿੱਥੇ ਨਾ ਕਿੱਥੇ ਕੋਈ ਨਾ ਕੋਈ ਕਮੀ ਪੇਸ਼ੀ ਹੁੰਦੀ ਹੈ। ਕਦੀ ਕੋਈ ਬੰਦਾ ਜਿਹੜਾ ਹੈ ਉਹ ਲਾਕਡਾਊਨ ਵਿੱਚੋਂ ਨਿਕਲ ਜਾਂਦਾ, ਆਈਸੋਲੇਸ਼ਨ ਦੇ ਹੋਟਲ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਕਦੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਦਾ ਜਿਹੜਾ ਸਟਾਫ ਹੈ ਉਹਨਾਂ ਨੂੰ ਹੀ ਨਹੀਂ ਟੈਸਟ ਕੀਤਾ ਜਾ ਰਿਹਾ, ਜੋ ਕਿ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈ ਇਸ ਪੂਰੀ ਚੀਜ਼ ਦਾ। ਉਸ ਨੂੰ ਹਰ ਵਿਅਕਤੀ ਨੂੰ ਉੱਥੇ ਟੈਸਟ ਹੋਣਾ ਚਾਹੀਦਾ ਸੀਗਾ, ਟੈਸਟ ਹੀ ਨਹੀਂ ਹੋ ਰਹੇ। ਸਰਕਾਰ ਕਹਿੰਦੀ ਹੈ ਕਿ ਲੋਕੀ ਤਿਆਰ ਨਹੀਂ ਨੇ ਟੈਸਟ ਕਰਨ ਨੂੰ, ਜਦਕਿ ਲੋਕੀ ਕਹਿ ਰਹੇ ਨੇ ਅਸੀਂ ਤੇ ਬਾਰ-ਬਾਰ ਸਰਕਾਰ ਨੂੰ ਕਹਿੰਦੇ ਪਏ ਹਾਂ ਕਿ ਟੈਸਟ ਕਰੋ। ਤੇ ਇਹ ਚੀਜ਼ਾਂ ਜਿਹੜੀਆਂ ਨੇ ਕਾਫੀ ਬਹਿਸ ਵਾਲੀ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਨੈਸ਼ਨਲ ਤਿਰਛੀ ਨਜ਼ਰ ਰੱਖਦੀ ਰਹੀ ਆ, ਲੇਕਿਨ ਉਹ ਪਰ ਲੋਕਾਂ ਨੇ ਇਹ ਚੀਜ਼ ਨੂੰ ਸਮਝਣ ਵਿੱਚ ਕਾਫੀ ਦੇਰ ਲਗਾ ਦਿੱਤੀ। ਹੁਣ ਤੁਸੀਂ ਅਗਰ ਪਿਛਲੇ ਕੁਝ ਚੰਦ ਦਿਨਾਂ 'ਚ ਦੇਖੋ ਬਹੁਤ ਸਾਰੇ ਕਮੈਂਟੇਟਰ ਇਸ ਗੱਲ ਨੂੰ ਸਰਾਹ ਰਹੇ ਨੇ
ਕਿਸ ਤਰ੍ਹਾਂ ਉਸ ਟਾਈਮ ਦੇ ਜਿਹੜੇ ਆਪੋਜੀਸ਼ਨ ਲੀਡਰ ਸਾਡੇ ਸਾਈਮਨ ਬ੍ਰਿਜੇਸ ਸਨ, ਉਹਨਾਂ ਨੇ ਜੋ ਸਵਾਲ ਚੁੱਕੇ ਸਨ ਉਹ ਬਿਲਕੁਲ ਸਹੀ ਚੁੱਕੇ ਸਨ। ਉਹਨਾਂ ਦੇ ਜਵਾਬ ਇਹ ਸਰਕਾਰ ਨਹੀਂ ਦੇ ਪਾ ਰਹੀ ਸੀ। ਤੇ ਮੈਂ ਸਮਝਦਾ ਵਾਂ ਕਿ ਇਹ ਜਿਹੜੇ 1500 ਦੇ ਕਰੀਬ ਕੇਸਿਸ ਇਸ ਮੁਲਕ ਵਿੱਚ ਹੋਏ ਨੇ, ਇਹ ਵੀ ਨਹੀਂ ਹੋਣੇ ਸਨ ਅਗਰ ਪਹਿਲੇ ਦਿਨ ਤੋਂ ਅਗਰ ਅਸੀਂ ਬਾਰਡਰ ਦੇ ਉੱਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੁੰਦੀ, ਉਹ ਲੋਕਾਂ ਨੂੰ ਆਈਸੋਲੇਟ ਕੀਤਾ ਹੁੰਦਾ, ਤੇ ਇਤਨੀ ਵੱਡੀ ਜਿਹੜੀ ਸਾਨੂੰ ਕੀਮਤ ਅਦਾ ਕਰਨੀ ਪੈ ਰਹੀ ਹੈ ਉਹ ਨਹੀਂ ਕਰਨੀ ਪੈ ਰਹੀ। ਸੈਕੰਡ ਵੇਵ ਆ ਉਹ ਰੁਕੀ ਜਾ ਸਕਦੀ ਸੀਗੀ। ਬਿਲਕੁਲ। ਤੇ ਇਹਦੇ ਵਿੱਚ ਤੁਹਾਡਾ ਇੱਕ ਜ਼ਰੂਰ ਪੁਆਇੰਟ ਸੀਗਾ ਕਿ ਜਿਹੜੀ ਸਰਕਾਰ ਆ ਉਹਦਾ ਮੀਡੀਆ ਦੇ ਸਾਹਮਣੇ ਆਉਂਦੀ ਰਹੀ ਅਨਾਉਂਸਮੈਂਟਸ ਲੈ ਕੇ ਜਾਂ ਨਵੀਆਂ ਜੋ ਵੀ ਕੋਵਿਡ ਨੂੰ ਲੈ ਕੇ ਕਰਦੀ ਸੀ, ਉਹ ਐਡਵਰਟਾਈਜ਼ਮੈਂਟ ਇੱਕ ਦੇ ਰੂਪ ਦੇ ਵਿੱਚ ਚੱਲ ਗਿਆ ਵਾ, ਤੇ ਨੈਸ਼ਨਲ ਨੂੰ ਜਿਹੜਾ ਲਾਕਡਾਊਨ ਦੇ ਵਿੱਚ ਉਹ ਜਿਹੜਾ ਸਮਾਂ ਨਹੀਂ ਮਿਲਿਆ ਹੀ ਨਹੀਂ, ਸਮਾਂ ਨਹੀਂ ਮਿਲਿਆ। ਪਰ ਇਹਦੇ ਵਿੱਚ ਤੁਸੀਂ ਵਰਚੁਅਲ ਕੁਛ ਨਾ ਕੁਛ ਕੀਤਾ ਹੋਗਾ, ਆਨਲਾਈਨ ਕੁਛ ਕੀਤਾ ਹੋਗਾ। ਦੇਖੋ ਆਨਲਾਈਨ ਅਸੀਂ ਕਰਦੇ ਪਏ ਹਾਂ, ਫੇਸਬੁੱਕ ਦੇ ਉੱਤੇ ਵੀ, ਇੰਸਟਾਗ੍ਰਾਮ ਦੇ ਉੱਤੇ ਵੀ, ਅਲੱਗ-ਅਲੱਗ ਮਾਧਿਅਮ ਦੇ ਉੱਤੇ। ਹੁਣ ਜਿਵੇਂ ਤੁਹਾਡੇ ਚੈਨਲ ਤੇ ਮੌਕਾ ਮੈਨੂੰ ਮਿਲ ਰਿਹਾ ਗੱਲਬਾਤ ਕਰਨ ਦਾ, ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ, ਬੜੀ ਇੰਪੋਰਟੈਂਟ ਹੈ, ਕਿਉਂਕਿ ਪ੍ਰਾਈਮ ਦੀ ਜੋ ਰੀਚ ਹੈ, ਜੋ ਪਹੁੰਚ ਹੈ, ਉਹ ਪੂਰੀ ਦੁਨੀਆ ਦੇ ਵਿੱਚ ਹੈ। ਔਰ ਜਿੱਥੇ ਕੋਈ ਵੀ ਜਿਹੜਾ ਨਿਊਜ਼ੀਲੈਂਡਰ ਮਾਈਗ੍ਰੇਟ ਹੋਇਆ ਹੈ, ਚਾਹੇ ਉਹ ਆਸਟ੍ਰੇਲੀਆ 'ਚ ਹੋਇਆ ਹੈ, ਚਾਹੇ ਉਹ ਕੈਨੇਡਾ 'ਚ ਹੋਇਆ ਹੈ, ਉਹ ਵੀ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ। ਅਗਰ ਤੁਸੀਂ ਇਲੈਕਸ਼ਨ ਦੀ ਡੇਟ ਤੋਂ 3 ਸਾਲ ਦੇ ਵਿੱਚ ਪਿਛਲੇ 3 ਸਾਲ ਦੇ ਵਿੱਚ ਇੱਕ ਵਾਰ ਵੀ ਨਿਊਜ਼ੀਲੈਂਡ ਆਏ ਹੋ, ਤੇ ਤੁਹਾਨੂੰ ਹੱਕ ਹੈਗਾ ਕਿ ਤੁਸੀਂ ਵੋਟ ਪਾ ਸਕਦੇ ਹੋ। ਇਹ ਵੋਟਾਂ ਬਖਸ਼ੀ ਕਦੋਂ ਜਿਹੜੀਆਂ ਹੈਗੀਆਂ ਓਵਰਸੀਜ਼ ਜਿਹੜੀਆਂ ਜਿੱਦਾਂ ਹੈਗੀਆਂ ਉਹ ਕਦੋਂ ਸ਼ੁਰੂ ਹੋਣੀਆਂ? ਜਿਹੜੀ ਐਡਵਾਂਸ VOTING ਹੈ ਹਾਂਜੀ, ਉਹ 3 ਅਕਤੂਬਰ ਤੋਂ ਸ਼ੁਰੂ ਹੋ ਜਾਣੀ ਹੈ। ਐਡਵਾਂਸ VOTING ਕਿਹਨੂੰ ਕਹਿੰਦੇ ਆ? ਜਿਹੜੇ ਦੇਸ਼ ਤੋਂ ਬਾਹਰ ਬੈਠੇ ਨੇ। ਐਡਵਾਂਸ VOTING ਹੁੰਦੀ ਹੈ ਕਿ ਜਿਵੇਂ ਹੁਣ 17 ਤਰੀਕ ਦੀ ਇਲੈਕਸ਼ਨ ਹੈ, ਹਾਂਜੀ, ਔਰ ਮੈਂ ਅਗਰ ਕਿਤੇ ਜੌਬ ਕਰਦਾ ਵਾਂ, ਜੀ। 17 ਤਰੀਕ ਨੂੰ ਮੇਰੀ ਡਿਊਟੀ ਹੈ ਔਰ ਮੈਂ ਵੋਟ ਪਾਉਣ ਨਹੀਂ ਜਾ ਸਕਦਾ, ਤੇ ਮੈਨੂੰ ਮੌਕਾ ਹੈਗਾ 3 ਤਰੀਕ ਤੋਂ ਲੈ ਕੇ 17 ਦੇ ਵਿੱਚ ਕਦੀ ਵੀ ਮੈਂ ਐਡਵਾਂਸ VOTING ਬੂਥ ਤੇ ਜਾ ਕੇ ਵੋਟ ਪਾ ਸਕਦਾ ਹਾਂ। ਨਹੀਂ, ਬੂਥ ਤੇ ਜਾਣਾ ਪੈਣਾ ਕਿ ਜਿੱਦਾਂ ਪੇਪਰ ਵੋਟ ਉਹਨਾਂ ਕੋਲ ਨਹੀਂ ਹੈਗੀ, ਜੇ ਓਵਰਸੀਜ਼ ਬੈਠਾ ਬੰਦਾ। ਹਾਂਜੀ, ਓਵਰਸੀਜ਼ ਜਿਹੜੇ ਬੰਦੇ ਬੈਠੇ ਨੇ, ਆਸਟ੍ਰੇਲੀਆ ਕੋਈ ਬੰਦਾ ਬੈਠਾ ਹੈਗਾ, ਉਹ ਜਿਹੜਾ ਹੈਗਾ ਵਿਅਕਤੀ, ਉਹ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਲਵੇ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ। ਠੀਕ ਹੈ ਜੀ। ਉਹਨਾਂ ਕੋਲ ਬੈਲਟ ਪੇਪਰ ਜਿਹੜਾ ਈਮੇਲ ਆ ਜਾਏਗਾ, ਅੱਛਾ ਜੀ। ਉਹ ਬੈਲਟ ਪੇਪਰ ਨੂੰ ਪ੍ਰਿੰਟ ਕਰਕੇ ਆਪਣੀ ਵੋਟ ਪਾ ਕੇ ਤੇ ਉੱਥੇ ਚਾਹੇ ਕੌਂਸੂਲੇਟ ਆਫਿਸ ਵਿੱਚ ਪਹੁੰਚਾ ਦੇਣ, ਚਾਹੇ ਹਾਈ ਕਮਿਸ਼ਨ ਤੇ ਪਹੁੰਚਾ ਦੇਣ, ਆਪਣੇ ਐਮਬੈਸੀ ਤੇ ਪਹੁੰਚਾ ਦੇਣ। ਉੱਥੋਂ ਦੀ ਉਹ ਫਿਰ ਉਹ ਵੋਟ ਜਿਹੜੀ ਹੈ ਉਹ ਆਪਣੇ ਆਪ ਇੱਥੇ ਨਿਊਜ਼ੀਲੈਂਡ ਵਿੱਚ ਭੇਜ ਦੇਣਗੇ। ਉਹਨਾਂ ਨੂੰ ਸਪੈਸ਼ਲ ਵੋਟ ਕਿਹਾ ਜਾਂਦਾ ਹੈ। ਉਹ ਸਪੈਸ਼ਲ ਵੋਟ ਜਿਹੜੀ ਹੈ ਉਹ ਬਾਅਦ ਵਿੱਚ ਅਕਾਊਂਟ ਹੋ ਕੇ ਜਿਸ ਪਾਰਟੀ ਨੂੰ ਜਿੱਤਣੀ ਮਿਲੀ ਹੈ ਉਹਨਾਂ ਦੇ ਖਾਤੇ 'ਚ ਜਮ੍ਹਾਂ ਕਰ ਦਿੱਤੀ ਜਾਂਦੀ ਹੈ। ਜੀ, ਇੱਕ ਬਖਸ਼ੀ ਜੇ ਆਪਾਂ ਹੋਰ ਗੱਲ ਕਰ ਲਈਏ, ਜਿਵੇਂ ਤੁਸੀਂ ਪਿਛਲੇ 3 ਟਰਮ ਤੋਂ ਲਗਭਗ 12 ਸਾਲ ਤੋਂ ਪਾਪਾਟੋਏ ਦੇ ਵਿੱਚ ਇਹ ਆਫਿਸ ਹੈਗਾ, ਪਾਪਾਟੋਏ ਸਾਰਾ ਜਿਹੜਾ ਹਲਕਾ ਵੀ ਤੁਹਾਡਾ ਪਾਪਾਟੋਏ ਹੈਗਾ। ਇਸ ਵਾਰੀ ਥੋੜੀ ਜਿਹੀ ਜਿਹੜੀ ਹਲਕਾਬੰਦੀ ਜਿਹੜੀ ਚੇਂਜ ਹੋਈ ਸੀਗੀ, ਤੁਹਾਡਾ ਕੁਛ ਏਰੀਆ ਤੁਹਾਡਾ ਕਿਸੇ ਪਾਸੇ ਘਟਿਆ, ਕਿਸੇ ਪਾਸੇ ਵਧਿਆ। ਲੋਕਾਂ ਨੂੰ ਹੋ ਸਕਦਾ ਤੁਹਾਡੇ ਬਹੁਤ ਸਾਰੇ ਆਪਣੇ ਇੰਡੀਅਨ ਫੈਮਿਲੀ ਜਿਹੜੇ ਆ, ਭਾਰਤੀ ਭਾਈਚਾਰਾ, ਉਹ ਨਵਾਂ ਵੀ ਐਡ ਹੋਇਆ, ਉਹਨਾਂ ਨੂੰ ਤੁਸੀਂ ਥੋੜ੍ਹਾ ਜਿਹਾ ਵੇਰਵਾ ਜਿਹੜਾ ਆਪਣੀ ਆਊਟਲਾਈਨ ਦੱਸ ਦਿਓ ਮੈਪ ਦੀ, ਕਿੱਥੇ ਕਿ ਹੈਗੇ ਕਿ ਇਹਨਾਂ ਨੇ ਵੋਟ ਪਾ ਸਕਦੇ ਨੇ। ਪਾਪਾਟੋਏ ਚੋਂ ਥੋੜਾ ਜਿਹਾ ਇਲਾਕਾ ਕੱਟ ਕੇ ਉਹ ਮਨਰੇਵਾ ਦੇ ਵਿੱਚ ਚਲਾ ਗਿਆ ਹੈਗਾ ਜੀ, ਪਰ ਮੈਜੋਰਿਟੀ ਆਫ ਪਾਪਾਟੋਏ ਜਿਹੜਾ ਹੈਗਾ ਉਹ ਹਜੇ ਵੀ ਮੇਰੇ ਇਲੈਕਟ੍ਰੇਟ ਹੀ ਚੱਲਦਾ ਹੈ। ਪਹਿਲੇ ਇਸ ਨੂੰ ਮੈਨਕਾਓ ਈਸਟ ਕਿਹਾ ਜਾਂਦਾ ਸੀਗਾ, ਇਹਦਾ ਨਾਮ ਬਦਲ ਕੇ ਪੈਨਮਿਓਰ ਓਟਾਹੂ ਕਰ ਦਿੱਤਾ ਗਿਆ। ਸੋ ਇਹ 2 ਟਾਊਨ ਆਪਣੇ ਆਪ ਦੇ ਵਿੱਚ ਹੋ ਗਏ, ਇਕੱਠੇ ਹੋ ਗਏ ਨੇ ਜੀ। ਔਰ ਇਹਦੇ ਵਿੱਚ ਇਲੈਕਟ੍ਰੇਟ ਉਹੀ ਹੈਗਾ ਪਰ ਉਹਦਾ ਨਾਮ ਤਬਦੀਲ ਹੋ ਕੇ ਪੈਨਮਿਓਰ ਓਟਾਹੂ ਹੋ ਗਿਆ। ਮੈਂ ਉਸੇ ਜਗ੍ਹਾ ਤੋਂ ਇਲੈਕਸ਼ਨ ਲੜ ਰਿਹਾ ਜਿੱਥੋਂ ਪਹਿਲੇ ਲੜਦਾ ਸੀਗਾ। ਹੁਣ ਪੈਨਮਿਓਰ ਦਾ ਜਿਹੜਾ ਇਲਾਕਾ ਹੈਗਾ ਉਹ ਸਾਰਾ ਦਾ ਸਾਰਾ ਮੇਰੇ ਵਿੱਚ ਆ ਗਿਆ ਹੈਗਾ, ਜਿਹਦੇ ਵਿੱਚ ਪੁਆਇੰਟ ਇੰਗਲੈਂਡ ਔਰ ਥੋੜਾ ਜਿਹਾ ਹਿੱਸਾ ਮਾਊਂਟ ਵੈਲਿੰਗਟਨ ਦਾ ਵੀ ਇਹਦੇ ਵਿੱਚ ਆ ਜਾਂਦਾ ਹੈ। ਗਲੇਨਿਨਸ ਦਾ ਏਰੀਆ ਜਿਹੜਾ ਹੈ ਉਹ ਵੀ ਇਹਦੇ ਵਿੱਚ ਆ ਗਿਆ, ਪਰ ਥੋੜਾ ਜਿਹਾ ਹਿੱਸਾ ਪਾਪਾਟੋਏ ਦਾ ਕੱਟ ਕੇ, ਖਾਸ ਤੌਰ ਤੇ ਜਿਹੜਾ ਵਾਈਲੀ ਰੋਡ ਦੇ ਆਸ-ਪਾਸ ਦਾ ਇਲਾਕਾ ਹੈ ਉਹ ਪੈਨਮਿਓਰ ਵਿੱਚ ਚਲਾ ਗਿਆ, ਮਨਰੇਵਾ ਵਿੱਚ ਚਲਾ ਗਿਆ। ਬਾਕੀ ਸਾਰਾ ਪਾਪਾਟੋਏ ਜਿਹੜਾ ਹੈਗਾ ਉਹ ਮੇਰੇ ਵਿੱਚ ਹੀ ਹੈ ਤੇ ਮੈਂ ਹਜੇ ਵੀ ਇਸੇ ਏਰੀਆ ਨੂੰ ਰਿਪਰੈਜ਼ੈਂਟ ਕਰਾਂਗਾ। ਤੋ ਬਹੁਤ ਅੱਛੀ ਗੱਲ ਹੈ ਜੀ। ਆਪਣਾ ਸਾਡਾ ਹਲਕਾ ਆਲਮੋਸਟ ਇਹਨਾਂ ਦਾ ਸੇਮ ਹੀ ਹੈਗਾ, ਇਹਦੇ ਨਾਲ ਇਹਨਾਂ ਦਾ ਘੇਰਾ ਜਿਹੜਾ ਵਧਿਆ ਆ, ਲੇਕਿਨ ਛੋਟਾ ਜਿਹਾ ਇੱਕ ਪਾਰਟ ਜਿਵੇਂ ਵੀ ਉਹਨਾਂ ਦੀ ਮੈਪ ਦੇ ਵਿੱਚ ਥੋੜ੍ਹਾ ਜਿਹਾ ਕੱਟਿਆ ਗਿਆ, ਪਰ ਸਾਡੀਆਂ ਜਿਹੜੀਆਂ ਵੋਟਾਂ ਹੈਗੀਆਂ ਆਲਮੋਸਟ ਸਾਰੀਆਂ ਉੱਥੇ ਲਗਭਗ ਹੈਗੀਆਂ, ਇਹਨਾਂ ਵੱਧ ਗਈਆਂ ਨੇ। ਤੇ ਜੇ ਲਾਕਡਾਊਨ ਖਤਮ ਹੁੰਦਾ ਤੁਹਾਡੀ ਅੱਗੇ ਕੰਪੇਨ ਹਜੇ ਜਾਰੀ ਰੱਖਣੀ ਆ, ਜਿੱਦਾਂ ਡੋਰ ਟੂ ਡੋਰ ਜਾਂ ਕਿਸ ਤਰ੍ਹਾਂ ਵੀ
ਬਰੋਸ਼ਰ ਜਾਂ ਮੇਲ ਬਾਕਸ ਵਿੱਚ ਤੁਸੀਂ ਪੋਸਟਰ ਜਾਣੇ ਆ? ਬਿਲਕੁਲ ਜੀ, ਵਸਿਆਲਾ ਜੀ ਅਸੀਂ ਪੂਰੀ ਤਿਆਰੀ ਵਿੱਚ ਹੈਗੇ ਹਾਂ ਜੀ ਕਿ ਪੂਰੇ ਇਲੈਕਟ੍ਰੇਟ ਵਿੱਚ 2 ਦਫਾ ਅਸੀਂ ਆਪਣੇ ਫਲਾਇਰਸ ਜਿਹੜੇ ਨੇ ਉਹ ਡਿਸਟ੍ਰੀਬਿਊਟ ਕਰਾਂਗੇ। ਜੀ ਫਿਰ ਅਸੀਂ ਪਰਸਨਲਾਈਜ਼ਡ ਮੇਲਸ ਵੀ ਭੇਜ ਰਹੇ ਹਾਂ, ਚਿੱਠੀਆਂ ਭੇਜ ਰਹੇ ਹਾਂ ਜੋ ਕਿ ਲੈਟਰ ਬਾਕਸ ਵਿੱਚ ਡ੍ਰੌਪ ਹੋਣਗੀਆਂ। ਉਸ ਤੋਂ ਇਲਾਵਾ ਅਸੀਂ ਫੋਨ ਕਾਲਿੰਗ ਕਰ ਰਹੇ ਹਾਂ, ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਨਾਲ ਆਪਣੀ ਪਾਲਿਸੀਜ਼ ਡਿਸਕਸ ਕਰ ਰਹੇ ਹਾਂ ਤੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਉਣ ਵਾਲੀ ਚੋਣਾਂ ਦੇ ਵਿੱਚ ਨੈਸ਼ਨਲ ਪਾਰਟੀ ਨੂੰ ਆਪਣੀ ਪਾਰਟੀ ਵੋਟ ਦੇਣ ਤਾਂ ਕਿ ਇੱਕ ਮਜ਼ਬੂਤ ਔਰ ਸਥਿਰ ਸਰਕਾਰ ਜਿਹੜੀ ਹੈ ਅਸੀਂ ਇਸ ਮੁਲਕ ਨੂੰ ਦੇ ਸਕੀਏ। ਇਕਨੋਮੀ ਜਿਹੜੀ ਲਗਾਤਾਰ ਕਈ ਸਾਲਾਂ ਦੇ ਵਿੱਚ ਸਭ ਤੋਂ ਵੱਡਾ ਰਿਸੈਸ਼ਨ ਅਸੀਂ ਹੁਣ ਦੇਖ ਰਹੇ ਹਾਂ। ਸਾਡੀ ਜੋ ਕੰਟਰੈਕਸ਼ਨ ਹੋਈ ਹੈ ਤਕਰੀਬਨ 12% ਦੇ ਕਰੀਬ, ਉਹ ਕਦੀ ਦੇਖਣ ਨੂੰ ਨਹੀਂ ਮਿਲੀ। ਇਹ ਹੁਣ ਸੈਸ਼ਨ ਦੀ ਤੁਸੀਂ ਗੱਲ ਕੀਤੀ ਹੈ, ਡਿਕਲੇਅਰਡ ਸੈਸ਼ਨ ਹੋ ਚੁੱਕਾ ਹੈ ਕਿ ਹਜੇ ਸਿਰਫ ਜਿਹੜੇ ਮਾਹਰ ਹੈਗੇ ਆ ਉਹ ਅਸੈਸਮੈਂਟ ਕਰ ਰਹੇ? ਦੇਖੋ 2 ਲਗਾਤਾਰ ਕੁਆਰਟਰ ਹੋ ਗਏ ਨੇ ਜਿਹਦੇ ਵਿੱਚ ਸਾਡੀ ਇਕਨੋਮੀ ਜਿਹੜੀ ਹੈ ਉਹ ਕੰਟਰੈਕਟ ਕੀਤੀ ਹੈ ਤੇ ਇਹ ਉਸ ਦਿਸ਼ਾ ਵਿੱਚ ਜਾ ਰਹੀ ਹੈ। ਔਰ ਟ੍ਰੈਜਰੀ ਨੇ ਵੀ ਇਹ ਕਿਹਾ ਹੈਗਾ ਕਿ ਇਹ ਸਭ ਤੋਂ ਵੱਡਾ ਜਿਹੜਾ ਹੈ ਕੰਟਰੈਕਸ਼ਨ ਹੈ GDP ਦੇ ਵਿੱਚ। ਔਰ ਲੱਗਦਾ ਇਹ ਹੈ ਕਿ ਅਸੀਂ ਆਫੀਸ਼ੀਅਲੀ ਉਹ ਕਹਿ ਰਹੇ ਨੇ ਕਿ ਅਸੀਂ ਰਿਸੈਸ਼ਨ ਵਿੱਚ ਹੈਗੇ। ਪਰ ਉਹਦਾ ਬਲੇਮ ਤਾਂ ਕੋਵਿਡ ਨੂੰ ਵੀ ਦੇ ਸਕਦੇ ਹੋ ਕਿ ਉਹਨਾਂ ਦੀ ਪਾਲਿਸੀਆਂ ਦੇ ਵਿੱਚ ਤੁਸੀਂ ਕਹਿ ਸਕਦੇ ਆ ਵੀ ਕੋਈ ਘਾਟ ਰਹਿ ਗਈ ਆ ਜਾਂ ਉਹਨਾਂ ਨੇ ਦੇਖੋ ਕੋਵਿਡ ਦੀ ਜਿਹੜਾ ਖਜ਼ਾਨਾ ਹੈ ਉਹ ਮੈਨੇਜ ਨਹੀਂ ਕੀਤਾ ਗਿਆ, ਲਟਾਤਾ ਜਾਂ ਕਿਸ ਤਰ੍ਹਾਂ ਕੀ? ਵਸਿਆਲਾ ਜੀ ਦੇਖੋ ਐਕਸਕਿਊਜ਼ ਬੜੇ ਢੂੰਡੇ ਜਾ ਸਕਦੇ ਨੇ। ਜਿਸ ਟਾਈਮ ਅਸੀਂ 2017 ਦੇ ਵਿੱਚ ਇਕਨੋਮੀ ਇਹਨਾਂ ਨੂੰ ਹੈਂਡਓਵਰ ਕੀਤੀ ਸੀਗੀ ਤਕਰੀਬਨ $6 ਬਿਲੀਅਨ ਸਰਪਲਸ ਇਹਨਾਂ ਨੂੰ ਦਿੱਤਾ ਸੀਗਾ। ਅਸੀਂ 2 ਸਾਲਾਂ ਦੇ ਵਿੱਚ ਇਹਨਾਂ ਨੇ ਉਸ ਨੂੰ ਵਾਈਪ ਆਊਟ ਕਰਕੇ $1 ਬਿਲੀਅਨ ਘਾਟੇ ਵਿੱਚ ਡੈਫਿਸਿਟ ਵਿੱਚ ਆ ਗਏ ਸੀ। ਵੀ ਖਰਚ ਲਿਆ ਤੇ $1 ਬਿਲੀਅਨ ਘਾਟੇ 'ਚ ਚਲੇ ਗਏ। ਔਰ ਇਹ ਜਿਹੜਾ ਹੈਗਾ ਕੋਵਿਡ ਤੋਂ ਪਹਿਲੇ ਹੀ ਹੋ ਚੁੱਕਾ ਸੀ। ਅੱਛਾ, ਇਹ ਕੋਵਿਡ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਸੀ। ਇਹਨਾਂ ਦੀਆਂ ਜਿਹੜੀਆਂ ਪਾਲਿਸੀਜ਼ ਸਨ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇ ਫੇਲ ਹੋਈਆਂ ਨੇ। ਚਾਹੇ ਉਹ ਕੀਵੀ ਬਿਲਡ ਸੀਗਾ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ 10 ਸਾਲਾਂ ਦੇ ਵਿੱਚ ਅਸੀਂ 1 ਲੱਖ ਘਰ ਬਣਾਵਾਂਗੇ ਜੋ ਅਫੋਰਡੇਬਲ ਹੋਮਸ ਨੇ ਜੀ। ਉਹ ਐਵਰੇਜ ਤੁਸੀਂ ਲਗਾਓ 1 ਸਾਲ ਦੇ ਵਿੱਚ 10,000 ਘਰ ਬਣਨੇ ਚਾਹੀਦੇ ਸੀ। ਇਹਨਾਂ ਨੇ ਕਿਹਾ ਸੀ ਕਿ ਪਹਿਲੇ ਟਰਮ ਵਿੱਚ ਅਸੀਂ ਸਿਰਫ 16,000 ਘਰ ਬਣਾਵਾਂਗੇ। 16,000 ਅਸੀਂ ਉਹ ਵੀ ਮੰਨ ਲਿਆ ਕਿ ਜੀ ਚਲੋ ਤੁਸੀਂ 16,000 ਹੀ ਬਣਾਓ। 16,000 ਵਿੱਚੋਂ ਜਦਕਿ 30,000 ਬਣਨੇ ਚਾਹੀਦੇ ਸੀਗੇ, 16,000 ਵਿੱਚੋਂ ਕਿੰਨੇ ਬਣੇ? 452 ਘਰ। ਅੰਦਾਜ਼ਾ ਲਗਾਓ ਕਿ ਉਹ ਇੰਨਾ ਨਿਰਾਸ਼ ਹੋ ਗਏ ਕਿ ਉਹ ਪੂਰੀ ਦੀ ਪੂਰੀ ਪਾਲਿਸੀ ਇਹਨਾਂ ਨੇ ਡਿਸਕਾਰਡ ਕਰ ਦਿੱਤੀ ਕਿ ਅਸੀਂ ਕੀਵੀ ਬਿਲਡ ਬਣਾਵਾਂਗੇ ਹੀ ਨਹੀਂ। ਤੇ ਇਹ ਜਿਹੜੀ ਸਰਕਾਰ ਹੈਗੀ ਇਹਨਾਂ ਨੇ ਬਿਨਾਂ ਸੋਚੇ ਸਮਝੇ ਆਪੋਜੀਸ਼ਨ ਦੇ ਵਿੱਚ ਇਹਨਾਂ ਨੂੰ ਉਮੀਦ ਹੀ ਨਹੀਂ ਸੀ ਕਿ ਸਾਡੀ ਸਰਕਾਰ ਬਣੇਗੀ। ਇਹਨਾਂ ਨੇ ਅੰਨ੍ਹੇਵਾਹ ਪਾਲਿਸੀਜ਼ ਨੂੰ ਜਿਹੜਾ ਹੈ ਉਹ ਅਨਾਉਂਸ ਕੀਤਾ। ਇਹਨਾਂ ਨੇ ਕਿਹਾ ਅਸੀਂ CBD ਤੋਂ ਲੈ ਕੇ 에ਅਰਪੋਰਟ ਤੱਕ ਟ੍ਰੇਨ ਲੈ ਕੇ ਜਾਵਾਂਗੇ। ਉਹ ਟ੍ਰੇਨ ਔਰ ਉਹਨਾਂ ਨੇ ਕਿਹਾ ਸੀ ਕਿ 2021 ਵਿੱਚ ਇਹ ਪ੍ਰੋਜੈਕਟ ਕੰਪਲੀਟ ਹੋ ਜਾਏਗਾ। ਕੰਪਲੀਟ ਤੇ ਮਤਲਬ ਸ਼ੁਰੂਆਤ ਤੇ ਉਹ ਤੁਸੀਂ ਕਹਿੰਦੇ ਨੇ ਕਿ ਜਦ ਤੱਕ ਟੱਕ ਵੀ ਨਹੀਂ ਲੱਗਾ ਉਹਦੇ ਤੇ ਅਜੇ ਤਾਂ ਉਹਦਾ ਬਲੂਪ੍ਰਿੰਟ ਨਹੀਂ ਬਣ ਪਾਇਆ। ਔਰ ਇਹਨਾਂ ਨੇ ਫਿਰ ਉਹ ਡਿਸਕਾਰਡ ਕਰ ਦਿੱਤੀ ਹੈ ਕਿ ਅਸੀਂ ਇਹਨੂੰ ਵੀ ਨਹੀਂ ਲਿਆ ਸਕਦੇ। ਉਸ ਤੋਂ ਇਲਾਵਾ ਮੈਂ ਅਗਰ ਕਈ ਪਾਲਿਸੀਜ਼ ਹੋਰ ਨੇ ਜਿਨ੍ਹਾਂ ਦੀ ਤੁਹਾਨੂੰ ਮੈਂ ਗਿਣਤੀ ਕਰਾ ਸਕਦਾ ਵਾਂ ਜਿਹਦੇ ਉੱਤੇ ਟੋਟਲ ਫੇਲੀਅਰ ਰਹੇ ਨੇ ਇਹ ਸਰਕਾਰ ਜਿਹੜੀ ਹੈਗੀ, ਕਿਉਂਕਿ ਅਨਐਕਸਪੀਰੀਅੰਸ ਮਿਨਿਸਟਰ ਸਨ। ਕਿਤਨੀਆਂ ਤੇ ਗਲਤੀਆਂ ਹੋਈਆਂ। ਬਜਟ ਜਿਹੜਾ ਹੈਗਾ ਅਨਾਉਂਸ ਕਰਨ ਤੋਂ ਪਹਿਲੇ 3 ਦਿਨ ਪਹਿਲੇ ਵੈਬਸਾਈਟ ਤੇ ਚੜਾ ਦਿੱਤਾ ਇਹਨਾਂ ਨੇ ਜੀ, ਉਹ ਲੀਕੇਟ ਹੋ ਗਿਆ ਸੀਗਾ। ਪਤਾ ਲੱਗਦਾ ਹੈ ਕਿ ਇਹ ਬਿਲਕੁਲ ਹੀ ਜਿਹਨੂੰ ਕਹਿੰਦੇ ਮਿਸਮੈਨੇਜਮੈਂਟ ਰਹੀ ਹੈ ਸਰਕਾਰ। ਜਿਵੇਂ ਤੁਸੀਂ ਇਹਨਾਂ ਦੀ ਪਾਲਿਸੀਆਂ ਨੂੰ ਬੜਾ ਨੇੜਿਓਂ ਦੇਖਦੇ ਰਹੇ ਕਿਉਂਕਿ ਆਪੋਜੀਸ਼ਨ ਦਾ ਕੰਮ ਇਹ ਹੁੰਦਾ ਕਿਤੇ ਹੈਗਾ ਉਹ ਕਮੀਆਂ ਪੇਸ਼ੀਆਂ ਨੂੰ ਪੂਰੀਆਂ ਕਰਨ ਵਾਸਤੇ ਕਿ ਤੁਹਾਡੀ ਨੈਸ਼ਨਲ ਪਾਰਟੀ ਦੀ ਟੀਮ ਜਿਵੇਂ ਬਾਕੀ ਇੰਡੀਆ ਦੀ ਗੱਲ ਕਰੀਏ ਤਾਂ ਚੋਣ ਮੈਨੀਫੈਸਟੋ ਜਾਂ ਕਹਿੰਦੇ ਆ ਨਾ ਚੋਣਾਂ ਤੋਂ ਪਹਿਲਾਂ ਇੱਕ ਉਹ ਜਾਰੀ ਕਰ ਦਿੱਤਾ ਜਾਂਦਾ ਹੈ ਆਪਣਾ, ਤੇ ਨੈਸ਼ਨਲ ਪਾਰਟੀ ਇਹਦੇ ਉੱਤੇ ਕਿਸ ਤਰ੍ਹਾਂ ਕੰਮ ਕਰਦੀ ਆ? ਇਹ ਜਿਹੜੀਆਂ ਪਾਲਿਸੀਆਂ ਤੁਸੀਂ ਪਹਿਲਾਂ ਬਣਾਉਣੀਆਂ ਹੁੰਦੀਆਂ ਕਿ ਤੁਸੀਂ ਨੋਟ ਕਰ ਲੈਂਦੇ ਆ ਕਿ ਬਾਅਦ ਵਿੱਚ ਤੁਸੀਂ ਜਿਹੜਾ ਆਪਣਾ ਪੱਤਾ ਖੋਲ੍ਹਣਾ ਹੈ ਸਰਕਾਰ ਦੀ ਕੀ ਪਾਲਿਸੀ ਹੁੰਦੀ ਆ ਜਿੱਦਾਂ ਇਹਨਾਂ ਮੁਲਕਾਂ ਦੇ ਵਿੱਚ? ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਇਲੈਕਸ਼ਨ ਤੋਂ ਪਹਿਲੇ ਜਿਵੇਂ ਤੁਸੀਂ ਕਿਹਾ ਕਿ ਮੈਨੀਫੈਸਟੋ ਹੁੰਦਾ, ਅਸੀਂ ਮੈਨੀਫੈਸਟੋ ਇੱਥੇ ਨਹੀਂ ਕਹਿੰਦੇ, ਇੱਥੇ ਪਾਲਿਸੀਜ਼ ਅਨਾਉਂਸ ਕਰਦੇ ਹਾਂ ਕਿ ਇਸ ਏਰੀਆ ਵਿੱਚ ਇਹ ਕੰਮ ਕਰਾਂਗੇ, ਇਸ ਏਰੀਆ ਦੇ ਵਿੱਚ ਇਹ ਕੰਮ ਕਰਾਂਗੇ। ਜਿਸ ਤਰ੍ਹਾਂ ਕਿ ਅੱਜ ਅਸੀਂ ਦੱਸਿਆ ਕਿ ਵੀ ਆਰਥਿਕ ਪੱਖੋਂ ਅਸੀਂ ਕੀ ਕੁਝ ਕਰਾਂਗੇ। ਉਹਦੇ ਵਿੱਚ ਅਸੀਂ ਸਾਫ਼ ਤੌਰ ਤੇ ਕਿਹਾ ਕਿ ਜਿਹੜੀ ਟੈਕਸ ਬ੍ਰੈਕਟ ਨੇ ਉਹਨੂੰ ਐਡਜਸਟ ਕਰਾਂਗੇ ਤਾਂ ਕਿ ਲੋਕਾਂ ਦੇ ਜੇਬ ਦੇ ਅੰਦਰ ਜ਼ਿਆਦਾ ਪੈਸੇ ਆ ਸਕਣ, ਉਹ ਪੈਸੇ ਖਰਚ ਕਰ ਸਕਣ। ਜਦ ਪੈਸਾ ਖਰਚ ਹੁੰਦਾ ਹੈ ਤੇ ਉਹ ਇਕਨੋਮੀ ਜਿਹੜੀ ਹੈ ਆਪਣੇ ਆਪ
ਉਹਦੇ ਵਿੱਚ ਤਰੱਕੀ ਹੁੰਦੀ ਹੈ। ਔਰ ਦੂਸਰੀ ਤਰਫ ਅਸੀਂ ਬਿਜ਼ਨੈਸਿਸ ਨੂੰ ਇਨਸੈਂਟਿਵ ਦਿੱਤਾ ਹੈ ਕਿ ਤੁਸੀਂ ਅਗਰ ਕੋਈ ਵੀ ਇੱਕ ਪਲਾਂਟ ਐਂਡ ਇਕਵਿਪਮੈਂਟ ਇਨਵੈਸਟ ਕਰਦੇ ਹੋ, ਜੀ। ਉਹਦੀ ਪੂਰੀ ਡੈਪਰੀਸੀਏਸ਼ਨ $1.5 ਲੱਖ ਤੱਕ ਪਹਿਲੇ ਸਾਲ ਵਿੱਚ ਹੀ ਲੈ ਲਓਗੇ। ਇਹ ਤਾਂ ਆਮ ਤੌਰ ਤੇ ਕੀ ਹੁੰਦਾ ਹੈ, ਓਵਰ ਅ ਟਾਈਮ ਪੀਰੀਅਡ ਤੁਸੀਂ ਜਿਹੜੀ ਉਹਦੇ ਪਰਸੈਂਟੇਜ ਕਰਦੇ ਜਾਂਦੇ ਹੋ। ਆਸਟ੍ਰੇਲੀਆ ਦੇ ਵਿੱਚ ਸ਼ਾਇਦ ਇਸ ਹਾਂਜੀ। ਤਰ੍ਹਾਂ ਹੈਗਾ। ਸਾਰੀ ਦੁਨੀਆ 'ਚ ਹੀ ਹੈ, ਇੱਥੇ ਵੀ ਅੱਛਾ। ਇਹੀ ਸੀਗਾ ਕਿ ਅੱਛਾ। ਤੁਸੀਂ ਇੱਕ ਵਾਰ ਵਿੱਚ ਉਹਨੂੰ ਰਾਈਟ ਆਫ ਨਹੀਂ ਕਰ ਸਕਦੇ, ਜੀ। ਪਰ ਅਸੀਂ ਕਿਹਾ ਹੈਗਾ ਕਿ ਤੁਸੀਂ ਇੱਕ ਸਾਲ ਦੇ ਵਿੱਚ ਹੀ ਉਸਨੂੰ ਰਾਈਟ ਆਫ ਕਰਕੇ ਉਹ ਪ੍ਰੋਫਿਟ ਪੈਸਾ ਜਿਹੜਾ ਹੈਗਾ ਉਹ ਬਿਜ਼ਨਸ ਵਿੱਚ ਲਗਾ ਸਕਦੇ ਹੋ ਦੁਬਾਰਾ, ਉਹਦੇ ਉੱਤੇ ਤੁਹਾਨੂੰ ਕੋਈ ਟੈਕਸ ਨਹੀਂ ਤੇ ਦੇਣਾ। ਪਾਲਿਸੀ ਦੁਆਰਾ ਫਿਰ ਰਿਵਰਸ ਹੋਣੀ ਹੈ ਕਿ ਫਿਰ ਏਦਾਂ ਹੀ ਰਹੇਗੀ ਪਾਲਿਸੀ? ਇਹ ਪਾਲਿਸੀ ਇਸ ਤਰ੍ਹਾਂ ਹੀ ਰਹੇਗੀ, ਪਰ ਅੱਛਾ। ਜਿਹੜਾ ਅਸੀਂ ਟੈਕਸ ਬ੍ਰੈਕਟ ਹੈਗਾ ਹਾਂਜੀ, ਉਹ ਫਿਲਹਾਲ ਜਿਹੜਾ ਹੈ ਉਸਨੂੰ 16 ਮਹੀਨਿਆਂ ਲਈ ਕੀਤਾ ਹੈਗਾ, ਠੀਕ ਹੈ ਜੀ। ਪਰ ਉਸਨੂੰ ਅੱਗੇ ਚੱਲ ਕੇ ਅਸੀਂ ਵਿਚਾਰਾਂਗੇ ਕਿ ਕਿਸ ਤਰ੍ਹਾਂ ਇਸ ਦੇ ਉੱਤੇ ਕੰਮ ਕੀਤਾ ਜਾ ਸਕਦਾ ਹੈ, ਜੀ। ਕਿ ਇਹਨੂੰ ਪਰਮਾਨੈਂਟ ਕਰ ਦਈਏ ਜਾਂ ਇਸ ਨੂੰ ਇਸੇ ਤਰੀਕੇ ਨਾਲ ਰਹਿਣ ਦਈਏ। ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਫਿਰ ਜਿਵੇਂ ਅਸੀਂ ਲਾਅ ਐਂਡ ਆਰਡਰ ਦੇ ਅੰਦਰ ਅਸੀਂ ਹਮੇਸ਼ਾ ਤੋਂ ਇਹ ਕਹਿੰਦੇ ਆਏ ਹਾਂ ਕਿ ਜਿਹੜੀ ਜਿਵੇਂ ਆਮ ਭਾਸ਼ਾ ਵਿੱਚ ਪੀ ਕਹਿੰਦੇ ਨੇ ਮੈਥਫੈਟਾਬਿਨ, ਹਾਂਜੀ, ਉਸ ਨੂੰ ਉਹਦੇ ਉੱਤੇ ਰੋਕ ਲਗਾਵਾਂਗੇ। ਤੁਹਾਨੂੰ ਯਾਦ ਹੋਏਗਾ ਕਿ ਜਿਸ ਟਾਈਮ ਜੂਡਿਥ ਕੋਲਿੰਸ ਮਿਨਿਸਟਰ ਸਨ ਪੁਲਿਸ ਦੇ, ਉਹਨਾਂ ਨੇ ਲਾਅ ਬਣਾਇਆ ਸੀਗਾ ਕਿ ਜਿਹੜੇ ਐਸੈਟਸ ਗੈਂਗ ਦੇ ਹੈਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਸੀਜ਼ ਕਰਕੇ ਉਹ ਪੈਸਾ ਜਿਹੜਾ ਹੈ ਉਹ ਇਨਵੈਸਟ ਕਰਾਂਗੇ ਟੂ ਫਾਈਟ ਵਿਦ ਲਾਅ ਐਂਡ ਆਰਡਰ ਸਿਚੁਏਸ਼ਨ। ਉਹ ਚੀਜ਼ ਜਿਹੜੀ ਹੈ ਉਸਨੂੰ ਅਸੀਂ ਫਿਰ ਦੁਬਾਰਾ ਤੋਂ ਐਮਫੈਸਿਸ ਕਰ ਰਹੇ ਹਾਂ ਕਿ ਅਸੀਂ ਗੈਂਗਸ ਦੇ ਪਿੱਛੇ ਜਾਵਾਂਗੇ, ਅਸੀਂ ਗੈਂਗਸ ਦਾ ਕਲਚਰ ਜਿਹੜਾ ਹੈ ਨਿਊਜ਼ੀਲੈਂਡ ਤੋਂ ਖਤਮ ਕਰਨ ਦੀ ਕੋਸ਼ਿਸ਼ ਕਿਉਂਕਿ ਨੈਸ਼ਨਲ ਦੀ ਪਹਿਲਾਂ ਵੀ ਪਾਲਿਸੀ ਰਹੀ ਆ, ਨੈਸ਼ਨਲ ਵੇਲੇ ਗੈਂਗ ਜਿਹੜੇ ਗਰੁੱਪ ਸੀਗੇ ਉਹ ਕਾਫੀ ਜਿੱਦਾਂ ਘਟ ਗਏ ਸੀਗੇ, ਬਿਲਕੁਲ। ਮਤਲਬ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸੀਗੇ, ਕੁਝ ਸਿਲੈਕਟਡ ਰਹਿ ਗਏ ਪਰ ਸੀ। ਇਸ ਸਰਕਾਰ ਨੇ ਲਾਅ ਐਂਡ ਆਰਡਰ ਨੂੰ ਬਿਲਕੁਲ ਸੀਰੀਅਸਲੀ ਨਹੀਂ ਲਿਆ, ਔਰ ਗੈਂਗਸ ਦਾ ਤੁਸੀਂ ਦੇਖ ਰਹੇ ਹੋ ਗਤੀਵਿਧੀ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਅਸੀਂ ਦਿਨ ਪ੍ਰਤੀ ਦਿਨ ਦੇਖਦੇ ਹਾਂ ਕਦੀ ਪੁਲਿਸਮੈਨ ਦੇ ਉੱਤੇ ਫਾਇਰਿੰਗ ਹੁੰਦੀ ਹੈ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਹਾਂਜੀ। ਔਰ ਅਸੀਂ ਦੇਖਦੇ ਹਾਂ ਕਿ ਆਪਸ ਵਿੱਚ ਵੀ ਇਹ ਰੋਜ਼ ਕਿਤੇ ਨਾ ਕਿਤੇ ਆਪਸ ਵਿੱਚ ਫਾਇਰਿੰਗ ਕਰਦੇ ਨੇ। ਇਹ ਚੀਜ਼ ਜਿਹੜਾ ਕਲਚਰ ਹੈ, ਇਸ ਚੀਜ਼ ਨੂੰ ਖਤਮ ਕਰਨ ਦੀ ਲੋੜ ਹੈ। ਜੀ, ਬਿਲਕੁਲ। ਕ੍ਰਾਈਮ ਦੇ ਉੱਤੇ ਸਖਤਾਈ ਕਰਨ ਦੀ ਲੋੜ ਹੈ। ਉਸੇ ਤਰੀਕੇ ਨਾਲ ਅਸੀਂ ਹੈਲਥ ਦੇ ਉੱਤੇ ਵੀ ਕਿਹਾ ਹੈ ਕਿ ਖਾਸ ਤੌਰ ਤੇ ਜਿਹੜੇ ਸਕੂਲ ਜਾਂਦੇ ਬੱਚੇ ਨੇ ਉਹਨਾਂ ਲਈ $30 ਮਿਲੀਅਨ ਅਸੀਂ ਐਲੋਕੇਟ ਕੀਤੇ ਨੇ ਕਿ ਉਹ ਆਪਣੀ ਦੰਦਾਂ ਦੀ ਦੇਖਭਾਲ ਕਰ ਸਕਣ। ਅਗਰ ਬਚਪਨ ਤੋਂ ਬੱਚਾ ਸਿੱਖੇਗਾ ਕਿ ਉਹਨੇ ਆਪਣੇ ਦੰਦਾਂ ਦੀ ਕਿਸ ਤਰ੍ਹਾਂ ਦੇਖਭਾਲ ਕਰਨੀ ਹੈ, ਉਹ ਵੱਡੇ ਹੋ ਕੇ ਉਸ ਜਿਹੜੀ ਆਦਤ ਹੈ ਉਸ ਨੂੰ ਅਡਾਪਟ ਕਰਦਾ ਹੈ, ਉਸ ਹੈਬਿਟ ਨੂੰ ਅਡਾਪਟ ਕਰਦਾ ਹੈ, ਤੇ ਉਹ ਚੀਜ਼ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ। ਉਸੇ ਤਰੀਕੇ ਨਾਲ ਕਈ ਕੈਂਸਰ ਦੀ ਦਵਾਈਆਂ ਨੇ ਜਿਹਨੂੰ ਅਸੀਂ ਐਕਸਟਰਾ ਫੰਡਿੰਗ ਦਿਆਂਗੇ। ਅਸੀਂ ਫਾਰਮੈਕ ਦੀ ਫੰਡਿੰਗ ਨੂੰ ਇਨਕਰੀਜ਼ ਕਰਾਂਗੇ ਜਿਹਦੇ ਨਾਲ ਲੋਕਾਂ ਕੋਲ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਪਹੁੰਚਾ ਸਕੀਏ। ਇਹ ਸਾਰੀਆਂ ਪਾਲਿਸੀਜ਼ ਜਿਹੜੀਆਂ ਅਸੀਂ ਦਿਨ ਪ੍ਰਤੀ ਦਿਨ ਅਨਾਉਂਸ ਕਰ ਰਹੇ ਹਾਂ, ਹਾਂਜੀ ਅਨਾਉਂਸ ਕਰ ਰਹੇ ਹਾਂ, ਔਰ ਇਹਨਾਂ ਨੂੰ ਅਸੀਂ ਡਿਲੀਵਰ ਵੀ ਕਰਾਂਗੇ। ਇੱਕ ਇਹਦੇ ਵਿੱਚ ਜਿਵੇਂ ਤੁਸੀਂ ਲਾਅ ਐਂਡ ਆਰਡਰ ਦਾ ਕਰਤਾ, ਸੋਸ਼ਲ ਵੈਲਫੇਅਰ ਹੋ ਗਿਆ, ਇੱਕ ਵਿੱਚ ਸਾਡੇ ਜਿਹੜੇ ਮਤਲਬ ਦੀ ਜਿਹੜੀ ਗੱਲ ਹੈਗੀ ਆ ਭਾਰਤੀਆਂ ਦੇ, ਇੰਡੀਅਨ ਦੇ ਜਾਂ ਜਿਹੜੇ ਟੈਂਪਰੇਰੀ ਵੀਜ਼ੇ ਦੇ ਉੱਤੇ ਹੈਗੇ ਨੇ, ਮਾਈਗ੍ਰਾਂਟਸ ਦੀ ਕਿਤੇ ਨਾ ਕਿਤੇ ਗੱਲ ਚੱਲਦੀ ਆ ਵੀ ਉਹਨਾਂ ਦਾ ਭਵਿੱਖ ਜਿੱਦਾਂ ਕਿਸ ਤਰ੍ਹਾਂ ਦਾ ਬਰਾਈਟ ਆ, ਖਤਰੇ 'ਚ ਆ, ਉਹਨਾਂ ਲਈ ਜਿਹੜੇ ਦਰਵਾਜ਼ੇ ਆ ਉਹ ਜਿਹੜੇ ਦਰਵਾਜ਼ੇ ਦੀਆਂ ਕੁੰਡੀਆਂ ਕਿੰਨਾ ਕੁ ਚਿਰ ਬੰਦ ਰਹਿਣੀਆਂ, ਕੋਈ ਬਾਰੀ ਖੁੱਲ੍ਹਣ ਦੀ ਸੰਭਾਵਨਾ ਹੈਗੀ ਜਾਂ ਨਹੀਂ ਹੈਗੀ। ਨੈਸ਼ਨਲ ਇਹਦੇ ਉੱਤੇ ਕਿੰਨਾ ਕੁ ਸੀਰੀਅਸ ਕੰਮ ਕਰ ਰਹੀ ਆ, ਕਿਉਂਕਿ ਹਜੇ ਤੱਕ ਸ਼ਾਇਦ ਇਹਨਾਂ ਦੀ ਅਨਾਉਂਸ ਨਹੀਂ ਹੋਈ ਕਲੀਅਰ ਪਿਕਚਰ ਕਿੱਦਾਂ ਆ, ਕੀ ਹਜੇ ਤੁਹਾਡਾ ਕੋਵਿਡ ਤੋਂ ਬਾਅਦ ਅਨਾਉਂਸ ਹੋਣਾ ਕਿ ਵੋਟਾਂ ਤੋਂ ਪਹਿਲਾਂ ਵੀ ਹੋ ਸਕਦਾ ਹੈ? ਦੇਖੋ ਬਸਿਆਲਾ ਜੀ, ਬਹੁਤ ਅੱਛਾ ਤੁਹਾਡਾ ਸਵਾਲ ਹੈਗਾ। ਜੀ ਖਾਸ ਤੌਰ ਤੇ ਮਾਈਗ੍ਰੈਂਟ ਕਮਿਊਨਿਟੀ ਦੇ ਲਈ ਜੀ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਮੁੱਦਾ ਹੈਗਾ, ਔਰ ਇਸ ਸਰਕਾਰ ਨੇ ਮਾਈਗ੍ਰੇਸ਼ਨ ਜਿਹੜੀ ਹੈ ਉਹ ਸਾਰਿਆਂ ਨੂੰ ਪਤਾ ਸੀਗਾ। ਇਹਨਾਂ ਨੇ ਇਲੈਕਸ਼ਨ ਤੋਂ ਪਹਿਲੇ ਕਿਹਾ ਸੀ ਅਸੀਂ ਮਾਈਗ੍ਰੇਸ਼ਨ ਨੂੰ ਬੰਦ ਕਰ ਦੇਣਾ ਹੈ, ਕਿਉਂਕਿ ਨਿਊਜ਼ੀਲੈਂਡ ਫਰਸਟ ਔਰ ਲੇਬਰ ਪਾਰਟੀ ਦੋਨਾਂ ਨੇ ਕਿਹਾ ਸੀ ਅਸੀਂ ਮਾਈਗ੍ਰੇਸ਼ਨ ਘਟਾਵਾਂਗੇ। ਸਾਡੇ ਲੋਕਾਂ ਨੂੰ ਉਸ ਟਾਈਮ ਸਮਝ ਨਹੀਂ ਆਈ ਸੀ ਜੀ ਔਰ ਅੱਜ ਲੋਕੀ ਪਛਤਾ ਰਹੇ ਨੇ, ਕਿਉਂਕਿ ਨੈਸ਼ਨਲ ਦੇ ਟਾਈਮ ਤੇ 40,000 ਤੋਂ ਲੈ ਕੇ 60,000 ਨਵੇਂ ਮਾਈਗ੍ਰੈਂਟ ਹਰ ਸਾਲ ਆਉਂਦੇ ਸਨ। ਅਸੀਂ ਤੁਹਾਨੂੰ ਯਾਦ ਹੋਏਗਾ 2016 ਦੇ ਵਿੱਚ ਮੈਂ ਪੂਰੇ ਮੁਲਕ ਵਿੱਚ ਘੁੰਮਦਾ ਪਿਆ ਹਾਂ, ਲਗਾਤਾਰ ਇਹ ਸਵਾਲ ਮੈਨੂੰ ਪੁੱਛਿਆ ਜਾਂਦਾ ਹੈ ਕਿ ਪੇਰੈਂਟਸ ਕੈਟੇਗਰੀ ਦਾ ਕੀ ਹੋਏਗਾ। 2016 ਦੇ ਵਿੱਚ ਅਸੀਂ ਇਸ ਨੂੰ ਸਸਪੈਂਡ ਕੀਤਾ ਸੀ, ਬੰਦ ਨਹੀਂ ਕੀਤਾ ਸੀ, ਕਿ 2 ਸਾਲਾਂ ਲਈ ਅਸੀਂ ਸਸਪੈਂਡ ਕਰ ਰਹੇ ਹਾਂ, ਕਿਉਂਕਿ ਬਹੁਤ ਐਪਲੀਕੇਸ਼ਨਸ ਪੈਂਡਿੰਗ ਹੋਈਆਂ ਸਨ ਕਿ ਇਹਨਾਂ ਨੂੰ ਬੈਕਲੌਗ ਨੂੰ ਖਤਮ ਕਰ ਲਈਏ। ਜੀ ਇਹਨੂੰ ਦੁਬਾਰਾ ਤੋਂ 2 ਸਾਲ ਤੋਂ ਬਾਅਦ ਅਸੀਂ ਰਿਵਿਊ ਕਰਾਂਗੇ ਔਰ ਨਵੀਂ ਪਾਲਿਸੀ ਨਾਲ ਆਵਾਂਗੇ। ਇਸ ਸਰਕਾਰ ਨੇ ਬਿਲਕੁਲ ਉਹਦੇ ਉੱਤੇ ਕੋਈ ਗੌਰ ਨਹੀਂ ਕੀਤਾ, ਔਰ ਜਦੋਂ 3 ਸਾਲਾਂ ਬਾਅਦ ਇਹਨਾਂ ਨੇ ਨਵੀਂ ਪਾਲਿਸੀ ਲਿਆਂਦੀ, ਉਹ ਅੰਗਰੇਜ਼ੀ ਜਿਵੇਂ ਕਹਿੰਦੇ ਨਾ ਥੈਂਕ ਯੂ ਨੋ ਥੈਂਕ ਯੂ, ਮਤਲਬ ਧੰਨਵਾਦ ਤੁਹਾਡਾ ਪਰ ਸਾਨੂੰ ਤੁਹਾਡੀ ਲੋੜ ਕੋਈ ਨਹੀਂ। ਉਹਨਾਂ ਨੇ ਪਾਲਿਸੀ ਕਰਤੀ ਕਿ 2 ਲੱਖ ਤੋਂ ਜ਼ਿਆਦਾ ਅਗਰ ਤੁਸੀਂ ਕਮਾਉਂਦੇ ਹੋ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਹੋ। ਜਿਹੜਾ ਪ੍ਰੈਕਟੀਕਲ ਇੱਥੇ ਨਹੀਂ ਨਹੀਂ ਹੈਗਾ। ਜੀ
ਤੇ ਮੇਰਾ ਇਹ ਮੰਨਣਾ ਹੈਗਾ ਔਰ ਮੈਂ ਆਪਣੇ ਕੋਕਸ ਵਿੱਚ ਇਹ ਲਗਾਤਾਰ ਇਸ ਚੀਜ਼ ਦੀ ਫਾਈਟ ਕੀਤੀ ਹੈ ਕਿ ਸਾਨੂੰ ਇਸ ਪਾਲਿਸੀ ਨੂੰ ਰਿਵਿਊ ਕਰਨਾ ਚਾਹੀਦਾ ਹੈ, ਪੇਰੈਂਟਸ ਕੈਟੇਗਰੀ ਨੂੰ ਕਿਸੇ ਤਰੀਕੇ ਨਾਲ ਦੁਬਾਰਾ ਤੋਂ ਖੋਲ੍ਹਣਾ ਚਾਹੀਦਾ ਹੈ। ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਅਗਰ ਸਾਡੀ ਸਰਕਾਰ ਬਣਦੀ ਹੈ ਇਹਦੇ ਉੱਤੇ ਮੈਂ ਕੰਮ ਕਰਾਂਗਾ ਔਰ ਪੇਰੈਂਟਸ ਕੈਟੇਗਰੀ ਨੂੰ ਇੱਕ ਵਾਰ ਦੁਬਾਰਾ ਤੋਂ ਖੋਲਾਂਗੇ ਤਾਂ ਕਿ ਲੋਕ ਆਪਣੇ ਪੇਰੈਂਟਸ ਨੂੰ ਲੈ ਕੇ ਆ ਸਕਣ। ਉਹਦੇ ਵਿੱਚ ਤਬਦੀਲੀਆਂ ਹੋਣਗੀਆਂ, ਪਰ ਇਹ ਨਹੀਂ ਕਿ ਤੁਸੀਂ 2 ਲੱਖ ਕਮਾਓਗੇ ਤੇ ਤਾਂ ਤੁਸੀਂ ਲਿਆ ਸਕਦੇ। ਜੀ ਬਿਲਕੁਲ ਬਖਸ਼ੀ ਜੀ, ਮਹਿਕਮਾ ਤੁਹਾਡੇ ਕੋਲ ਆ ਜਾਵੇ, ਤੁਹਾਡੇ ਕੋਲ ਤਾਂ ਫਿਰ ਅਸੀਂ ਹੜਤਾਲਾਂ ਹੜਦੂਲਾਂ ਕਰਾ ਕੇ ਕੰਮ ਕਰਾ ਹੀ ਲੈਣਾ ਹੈ। ਤੇ ਸ਼ੁਕਰ ਕਰਦੇ ਹਾਂ ਤੇ ਮਹਿਕਮਾ ਤੁਹਾਡੇ ਕੋਲ ਕਿਸੇ ਨਾ ਕਿਸੇ ਤਰ੍ਹਾਂ ਪਹੁੰਚੇ, ਕਿਉਂਕਿ ਜਿਹੜਾ ਬੰਦਾ ਵਿਚਰਦਾ ਹੁੰਦਾ ਉਹਨੂੰ ਜ਼ਿਆਦਾ ਪਤਾ ਵੀ ਹੁੰਦਾ ਹੈ, ਉਹ ਆਪਣਾ ਵੀ ਪੱਖ ਜਿਹੜਾ ਰੱਖ ਸਕਦਾ ਹੈ। ਤੇ ਇਸ ਤੋਂ ਇਲਾਵਾ ਤੁਸੀਂ ਹੋਰ ਅਖੀਰ ਦੇ ਉੱਤੇ ਆਪਣੇ ਵੋਟਰਸ ਨੂੰ, ਆਪਣੇ ਹਲਕੇ ਦੇ ਨੂੰ ਇਹਨਾਂ ਵੋਟਾਂ 'ਚ ਭਾਗ ਲੈਣ ਵਾਸਤੇ, ਕਿਉਂਕਿ ਕਈ ਵਾਰ ਨਿਊਜ਼ੀਲੈਂਡ ਦਾ ਇਤਿਹਾਸ ਦੇਖੀਏ ਤਾਂ ਉਨਾ ਜ਼ਿਆਦਾ ਇੰਟਰਸਟ ਲੋਕੀ ਕਈ ਵਾਰ ਨਹੀਂ ਦਿਖਾਉਂਦੇ ਇਲੈਕਸ਼ਨ ਦੇ ਵਿੱਚ, ਆਪਣੇ ਕੰਮਾਂ 'ਚ ਬਿਜ਼ੀ ਆ ਜਾਂ ਉਹਨਾਂ ਨੂੰ ਲੱਗਦਾ ਵੀ ਆਪਾਂ ਕੀ ਕਰਨਾ। ਪਰ ਆਪਣੀ ਕਮਿਊਨਿਟੀ ਜਿਹਨੂੰ ਹੱਕ ਮਿਲਦਾ ਹੈਗਾ, ਜਿਹੜੇ ਸਿਟੀਜ਼ਨ ਹੈਗੇ, ਪੀਆਰ ਹੈਗੇ, ਉਹਨਾਂ ਨੂੰ ਜਿਹੜਾ ਹੱਕ ਉਹ ਵੀ ਇੱਕ ਵਾਰੀ ਜ਼ਰੂਰ ਵਰਤਣਾ ਚਾਹੀਦਾ ਹੈਗਾ। ਉਹਨਾਂ ਵਾਸਤੇ ਅਖੀਰ 'ਚ ਇੱਕ ਜ਼ਰੂਰ ਸੁਨੇਹਾ ਦੇ ਦਿਓ ਵੀ ਆਪਣਾ ਵੋਟ ਦਾ ਜਿਹੜਾ ਇਸਤੇਮਾਲ ਆ ਉਹ ਜ਼ਰੂਰ ਕਰਨ। ਬਸਿਆਲਾ ਜੀ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ ਕਿ ਵੋਟ ਕਰਨਾ ਸਭ ਤੋਂ ਇੰਪੋਰਟੈਂਟ ਹੈਗਾ, ਕਿਉਂਕਿ 3 ਸਾਲਾਂ ਦੇ ਵਿੱਚ ਤੁਹਾਨੂੰ ਇੱਕ ਵਾਰ ਹੱਕ ਮਿਲਦਾ ਹੈ। ਜੀ ਔਰ ਤੁਸੀਂ ਅਗਰ ਵੋਟ ਕਰਦੇ ਹੋ ਔਰ ਜਿਸ ਬੰਦੇ ਨੂੰ ਜਿਤਾ ਕੇ ਭੇਜਦੇ ਹੋ, ਤੁਹਾਨੂੰ ਹੱਕ ਵੀ ਹੁੰਦਾ ਹੈ ਉਹਦੇ ਕੋਲੋਂ ਸਵਾਲ ਪੁੱਛਣ ਦਾ। ਔਰ ਮੈਂ ਇਹ ਕਹਿਣਾ ਚਾਹਾਂਗਾ ਕਿ ਨੈਸ਼ਨਲ ਪਾਰਟੀ ਜਿਹੜੀ ਹੈਗੀ, ਜਿਸ ਤਰ੍ਹਾਂ ਮੈਂ ਕੁਝ ਪਾਲਿਸੀਜ਼ ਡਿਸਕਸ ਕੀਤੀਆਂ, ਉਸ ਤੋਂ ਇਲਾਵਾ ਐਜੂਕੇਸ਼ਨ ਬਹੁਤ ਇੰਪੋਰਟੈਂਟ ਸਾਡੇ ਲਈ ਹੈਗਾ। ਸਾਡੇ ਬੱਚੇ ਜਿਹੜੇ ਨੇ ਪੜ੍ਹਾਈ ਦੇ ਵਿੱਚ ਬਹੁਤ ਕਾਮਯਾਬ ਹੁੰਦੇ ਨੇ। ਜੀ ਅਸੀਂ ਇਹਦੇ ਵਿੱਚ ਐਕਸਟਰਾ ਇਨਵੈਸਟਮੈਂਟ ਵੀ ਕਰਨ ਵਾਲੇ ਹਾਂ, ਸਕੂਲਾਂ, ਨਵੇਂ ਸਕੂਲ ਬਣਾਉਣ ਵਾਲੇ ਹਾਂ, ਨਵੀਂ ਕਲਾਸਾਂ ਬਣਾਉਣ ਵਾਲੇ ਹਾਂ, ਜ਼ਿਆਦਾ ਪੈਸਾ ਟੀਚਰਸ ਲਈ ਐਲੋਕੇਟ ਕਰਨ ਵਾਲੇ ਹਾਂ। ਤੇ ਤੁਸੀਂ ਇਹ ਜਿਹੜੀਆਂ ਪਾਲਿਸੀਜ਼, ਲਾਅ ਐਂਡ ਆਰਡਰ, ਇਕੋਨਮੀ, ਇਹ ਸਾਰੀਆਂ ਜਿਹੜੀਆਂ ਹੈਲਥ ਮੈਂ ਡਿਸਕਸ ਕੀਤੀਆਂ ਨੇ, ਉਹਨਾਂ ਨੂੰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਤੇ ਆਪਣਾ ਪਾਰਟੀ ਵੋਟ, ਤੁਸੀਂ ਨਿਊਜ਼ੀਲੈਂਡ ਵਿੱਚ ਕਿੱਥੇ ਰਹਿੰਦੇ ਹੋ, ਚਾਹੇ ਓਵਰਸੀਜ਼ ਰਹਿੰਦੇ ਹੋ, ਆਪਣਾ ਪਾਰਟੀ ਵੋਟ ਨੈਸ਼ਨਲ ਨੂੰ ਦਿਓ ਤਾਂ ਕਿ ਇੱਕ ਸਥਿਰ ਔਰ ਮਜ਼ਬੂਤ ਸਰਕਾਰ ਆ ਸਕੇ ਔਰ ਜਿਹਦੇ ਕੋਲ ਐਕਸਪੀਰੀਅੰਸ ਹੈ। ਰੀਅਲ ਲਾਈਫ ਐਕਸਪੀਰੀਅੰਸ ਦੀ ਗੱਲ ਕਰੀਏ ਤੇ ਲੇਬਰ ਪਾਰਟੀ ਦੇ ਜਿਹੜੇ ਵੀ ਐਮਪੀਜ਼ ਨੇ ਜਾਂ ਮਿਨਿਸਟਰਸ ਨੇ, ਬਹੁਤ ਥੋੜਾ ਐਕਸਪੀਰੀਅੰਸ ਹੈ, ਜਦਕਿ ਸਾਡੀ ਟੀਮ ਦੇ ਅੰਦਰ ਪ੍ਰੈਕਟੀਕਲੀ ਡਾਕਟਰਸ, ਲਾਇਰਸ, ਫਾਈਨੈਂਸਰਸ, ਬੈਂਕਰਸ, CEO, ਇਸ ਤਰ੍ਹਾਂ ਦੇ ਬੰਦੇ ਨੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕੀਤਾ ਹੈ, ਜਿਨ੍ਹਾਂ ਨੂੰ ਰੀਅਲ ਲਾਈਫ ਐਕਸਪੀਰੀਅੰਸ ਹੈਗਾ। ਫਾਰਮਰਸ, ਤੇ ਇਸ ਸਟਰੋਂਗ ਟੀਮ ਨੂੰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ ਤੇ ਆਪਣੀ ਪਾਰਟੀ ਵੋਟ ਨੈਸ਼ਨਲ ਨੂੰ ਦਿਓ। ਅਗਰ ਤੁਸੀਂ ਪੈਨਮਿਓਰ ਓਟਾਹੂ ਦੇ ਇਲਾਕੇ 'ਚ ਰਹਿੰਦੇ ਹੋ ਤੇ ਆਪਣੀ ਕੈਂਡੀਡੇਟ ਵੋਟ ਮੈਨੂੰ ਦੇ ਕੇ ਸਫਲ ਬਣਾਓ। ਤੁਹਾਡਾ ਮੈਂ ਬਹੁਤ ਸ਼ੁਕਰਗੁਜ਼ਾਰ ਰਹਾਂਗਾ ਔਰ ਪ੍ਰਾਈਮ TV ਦਾ ਇੱਕ ਵਾਰ ਫਿਰ ਤੋਂ ਧੰਨਵਾਦ। ਥੈਂਕ ਯੂ ਜੀ। ਪ੍ਰਾਈਮ ਮਿਨਿਸਟਰ ਦਾ ਸਪੈਸ਼ਲ ਅਸੀਂ ਰਿਪੋਰਟ ਲੈ ਕੇ ਹਾਜ਼ਰ ਹੋਈ। ਸਾਡਾ ਕਮਲਜੀਤ ਸਿੰਘ ਬਖਸ਼ੀ, ਨੈਸ਼ਨਲ ਪਾਰਟੀ ਨਿਊਜ਼ੀਲੈਂਡ ਦੇ ਤੋਂ ਚੌਥੀ ਵਾਰ ਜਿਹੜਾ ਪਾਰਲੀਮੈਂਟ ਦੇ ਵਿੱਚ ਜਾਣ ਵਾਸਤੇ ਜਿਹੜੀ ਤਿਆਰੀ ਦੇ ਵਿੱਚ ਨੇ, 5ਵੀਂ ਵਾਰ 4 ਪੂਰੀਆਂ ਕਰ ਚੁੱਕੇ ਜੀ, 5ਵੀਂ ਵਾਰ ਜਾਣ ਦੀ ਤਿਆਰੀ 'ਚ। 17 ਅਕਤੂਬਰ ਨੂੰ ਜਿਹੜਾ ਫਾਈਨਲ ਵੋਟਾਂ ਦਾ ਜਿਹੜਾ ਦਿਨ ਹੈਗਾ ਜੀ, ਉਸੇ ਦਿਨ ਰਾਤ ਨੂੰ ਲੇਟ ਨਾਈਟ ਤੱਕ ਜਿਹੜੇ ਰੁਝਾਨ ਆ ਉਹ ਵੀ ਆ ਜਾਣੇ ਆ ਤੇ ਜਿਹੜਾ ਅਫੀਸ਼ੀਅਲ ਜਿਹੜਾ ਡਿਕਲੇਅਰ ਆ ਉਹ ਥੋੜੇ ਦਿਨਾਂ ਬਾਅਦ ਕੀਤਾ ਜਾਂਦਾ। ਬਖਸ਼ੀ, ਐਂਡ 'ਚ ਇੱਕ ਗੱਲ ਰਹਿ ਗਈ, ਭੁੱਲ ਗਏ, ਉਹਦੇ ਨਾਲ 2 ਰੈਫਰੈਂਡਮ ਹੋ ਰਹੇ ਨੇ। ਇੱਕ ਤਾਂ ਆਪਾਂ ਕਹਿ ਲਈਏ ਉਹਦੇ ਉੱਤੇ ਹੈਗਾ ਕੈਨਵਸ ਦੇ ਉੱਤੇ ਹੈਗਾ, ਜਿਵੇਂ ਭੰਗ ਦੀ ਆਪਾਂ ਕਹਿ ਦਈਏ ਉਹਦੀ ਖੇਤੀ ਹੋ ਸਕਦੀ ਜਾਂ ਕਿੰਨੀ ਹੋ ਸਕਦੀ। ਦੂਜਾ ਹੈਗਾ End of ਜਿਹੜੀ life, ਐਂਡ ਆਫ ਲਾਈਫ, ਜਿੱਦਾਂ ਆਪਣੀ choice। ਇੱਛਾ ਮੁਕਤੀ ਨੂੰ ਆਪਾਂ ਕਹਿ ਸਕਦੇ, ਆਪਣੀ ਇੱਛਾ ਦੇ ਨਾਲ ਆਪਣੀ ਮੁਕਤੀ ਕਰਨੀ। ਜੇ ਤੁਸੀਂ ਜ਼ਿਆਦਾ ਦੁੱਖ ਦੇ ਵਿੱਚ ਆ, ਪੇਨ 'ਚ ਆ, ਤੁਹਾਡੀ ਜਿਹੜੀ ਬਿਮਾਰੀ ਆ ਨਹੀਂ ਕਿਉਰ ਹੋਣ ਵਾਲੀ, ਪਰ ਤੁਸੀਂ ਮਾਨਸਿਕ ਤੌਰ ਤੇ ਜਾਂ ਦਿਮਾਗੀ ਤੌਰ ਤੇ ਠੀਕ ਆ, ਜੇ ਤੁਸੀਂ ਫੈਸਲਾ ਲੈਣਾ ਚਾਹੋ ਉਹਦੇ ਉੱਤੇ, ਕਿਉਂਕਿ ਹੋਣਾ ਤਾਂ ਹਰ ਇੱਕ ਦਾ ਆਪਣਾ ਪਰਸਨਲ ਉਹਦੇ ਉੱਤੇ ਜਿਹੜਾ ਹੋਣਾ ਹੈ ਰੈਫਰੈਂਡਮ ਦਾ ਮਤਲਬ ਇਹ ਜਨਮਤ ਹੈਗਾ ਆ। ਤੇ ਤੁਸੀਂ ਉਹਦੇ ਬਾਰੇ ਲੋਕਾਂ ਨੂੰ ਉਹ ਵੀ ਕਹਿ ਦਿਓ ਕਿ ਉਹ ਵੀ ਜ਼ਰੂਰ ਜਿਹੜੀ ਆ ਉਹਦੇ ਉੱਤੇ ਵੀ ਵੋਟ ਕਰਨ। ਬਿਲਕੁਲ, ਉਹਦੇ ਵਿੱਚ ਪਾਰਟਿਸਿਪੇਟ ਕਰਨਾ ਬਹੁਤ ਜ਼ਰੂਰੀ ਹੈ ਔਰ ਇਹਦੇ ਵਿੱਚ ਮੈਂ ਆਪਣੇ ਵਿਚਾਰ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਕਿ ਯੂਥਨੇਸ਼ੀਆ ਜਿਹਨੂੰ ਕਹਿੰਦੇ ਹਾਂ ਅਸੀਂ, ਉਹਦੇ ਵਿੱਚ ਜਿਹੜਾ ਇਹ ਬਿੱਲ ਹੈਗਾ ਉਹਦੇ ਵਿੱਚ ਕਈ ਲੂਪਹੋਲਸ ਹੈਗੇ। ਇਸ ਕਰਕੇ ਇਸ ਬਿੱਲ ਦਾ ਮੈਂ ਵਿਰੋਧ ਕੀਤਾ ਪਾਰਲੀਮੈਂਟ ਵਿੱਚ ਔਰ ਮੈਂ ਰੈਫਰੈਂਡਮ ਵਿੱਚ ਵੀ ਇਹਦੇ ਵਿਰੋਧ ਵਿੱਚ ਵੋਟ ਪਾਵਾਂਗਾ ਜੀ। ਔਰ ਜਿੱਥੇ ਤੱਕ ਕੈਨਵਸ ਦੀ ਗੱਲ ਹੈ, ਕਿਉਂਕਿ ਅਸੀਂ ਇਸ ਮੁਲਕ ਦੇ ਅੰਦਰ ਆਲਰੇਡੀ ਜਿਹੜਾ ਸ਼ਰਾਬ ਦਾ ਪ੍ਰਕੋਪ ਹੈਗਾ ਉਸ ਤੋਂ ਜੂਝ ਰਹੇ ਹਾਂ ਤੇ ਅਸੀਂ ਇੱਕ ਹੋਰ ਮੁਸੀਬਤ ਆਪਣੇ ਗਲੇ 'ਚ ਪਾਉਣ ਵਾਲੇ ਹਾਂ ਅਗਰ ਇਹ ਕੈਨਵਸ ਨੂੰ ਅਸੀਂ ਲੀਗਲਾਈਜ਼ ਕਰ ਦਿੱਤਾ ਗਿਆ, ਕਿਉਂਕਿ ਮੈਡੀਕਲ ਕੈਨਵਸ ਜੋ ਹੈ ਉਹ ਆਲਰੇਡੀ ਅਵੇਲੇਬਲ ਹੈ ਜੀ, ਉਹਦੇ ਉੱਤੇ ਮੈਨੂੰ ਕੋਈ ਇਤਰਾਜ਼ ਨਹੀਂ ਹੈ।
ਪਰ ਜਿਹੜੀ ਉਹ ਸਾਰਾ ਰੀਕਸ਼ਨ ਇੰਪੋਰਟ ਹੁੰਦਾ ਕਿ ਨਿਊਜ਼ੀਲੈਂਡ ਮੇਡ ਵੀ ਹੈਗਾ ਉਹਦੇ 'ਚ? ਇੰਪੋਰਟ ਹੁੰਦਾ ਜ਼ਿਆਦਾ। ਅੱਛਾ। ਨਿਊਜ਼ੀਲੈਂਡ ਮੇਡ ਥੋੜਾ ਜਿਹਾ ਹੈਗਾ, ਪਰ ਜ਼ਿਆਦਾ ਇੰਪੋਰਟ ਹੁੰਦਾ ਹੈ। ਜੀ। ਪਰ ਉਹ ਅਗਰ ਤੁਹਾਨੂੰ ਦਵਾਈ ਦੇ ਤੌਰ ਤੇ ਚਾਹੀਦੀ ਹੈ ਤੇ ਆਲਰੇਡੀ ਅਵੇਲੇਬਲ ਹੈ। ਉਹ ਤਾਂ ਲੈਬੋਰਟਰੀਆਂ ਵਾਲੇ ਜਿਹੜੇ ਹਾਂਜੀ। ਟੈਸਟਡ ਚੀਜ਼ਾਂ ਆ ਗਈਆਂ। ਹਾਂਜੀ, ਪਰ ਤੁਸੀਂ ਉਸ ਨੂੰ ਕਹੋ ਕਿ ਵੀ ਉਹ ਭੰਗ ਪੀਣ ਲਈ ਲੋਕਾਂ ਨੂੰ ਦੇ ਦਿੱਤੀ ਜਾਏ ਜਾਂ ਫੂਕਣ ਲਈ ਦੇ ਦਿੱਤੀ ਜਾਏ, ਉਸ ਦੇ ਹੱਕ 'ਚ ਮੈਂ ਨਹੀਂ ਹਾਂ, ਕਿਉਂਕਿ ਅਸੀਂ ਆਲਰੇਡੀ ਸ਼ਰਾਬ ਦਾ ਜਿਹੜਾ ਪ੍ਰਕੋਪ ਹੈ ਉਹਦੇ ਤੋਂ ਜੂਝ ਰਹੇ ਹਾਂ। ਇਹ ਇੱਕ ਹੋਰ ਮੁਸੀਬਤ ਆਪਣੇ ਗਲੇ 'ਚ ਪਾਉਣ ਵਾਲੇ ਹਾਂ, ਤੇ ਮੇਰਾ ਵਿਚਾਰ ਹੈ ਕਿ ਇਹਦੇ ਵਿਰੋਧ ਵਿੱਚ ਵੋਟ ਦੇਣਾ ਚਾਹੀਦਾ ਹੈ। ਇਹਦੇ ਵਿਰੋਧ ਵਿੱਚ ਮੈਂ ਵੀ ਵੋਟ ਕਰ ਰਿਹਾ, ਤੇ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਇਹ ਦੋਨੋਂ ਜਿਹੜੇ ਰੈਫਰੈਂਡਮ ਨੇ ਇਹਨਾਂ ਦੇ ਅਗੇਂਸਟ ਵੋਟ ਕਰਨਾ ਬਹੁਤ ਲਾਜ਼ਮੀ ਹੈ। ਜੀ ਬਿਲਕੁਲ, ਇਹ ਦੋ ਰੈਫਰੈਂਡਮ ਵੀ ਨਾਲ ਜਿਹੜੇ ਹੋ ਰਹੇ ਨੇ ਜੀ ਵੋਟਾਂ ਦੇ ਨਾਲ ਨਾਲ, ਉਹਨਾਂ ਦੇ ਉੱਤੇ ਵੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ। ਅਸੀਂ ਆਪਣਾ ਸੋਚ ਵਿਚਾਰ ਕੇ ਉਹਨੂੰ ਵੋਟ ਪਾਣੀ ਆ, ਕਿਉਂਕਿ ਉਹ ਲਾਅ ਬਣ ਕੇ ਤੁਹਾਡੇ ਸਾਹਮਣੇ ਬਾਅਦ ਵਿੱਚ ਆ ਜਾਣਾ। ਤੇ ਅਖੀਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਦਾ ਬਹੁਤ ਧੰਨਵਾਦ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਇੱਕ ਵਾਰ ਫਿਰ ਅਸੀਂ ਮੁਲਾਕਾਤ ਕਰਾਂਗੇ। ਉਨੀ ਦੇਰ ਲਈ ਦਿਓ ਆ ਗਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।